ਇਹ ਦੂਜਾ ਲੈਸਨ, ਅੱਜ ਦਾ ਇਹ ਦੂਜਾ ਲੈਸਨ ਆ। ਤੇ ਜਿਹੜੇ ਪਿਛਲੇ 4 ਹੋ ਸਕੇ ਆ ਉਹਨਾਂ ਤੇ 5 ਹੋ ਕੇ ਤੇ ਉਹਨਾਂ ਤੇ ਇਹ 6ਵਾਂ ਲੈਸਨ ਆ। ਇਹ ਕਾਫੀ ਲੰਮੇ ਲੈਸਨ ਹੋਣਗੇ। ਤਾਂ ਇਹਨਾਂ ਲੈਸਨਾਂ ਦੇ ਨਾਲ ਨਾਲ ਸਾਨੂੰ ਬਹੁਤ ਵੱਡੀ ਸਾਡੇ ਅੰਦਰ ਨਾ, ਸਾਡੇ ਘਰਾਂ ਦੇ ਅੰਦਰ ਸਵਰਗ ਬਣ ਜਾਊਗਾ। ਸਵਰਗ, ਅਸੀਂ ਸਵਰਗਾਂ ਦੇ ਝੂਟੇ ਲੈਣ ਲੱਗ ਜਾਵਾਂਗੇ। ਅਸੀਂ ਖਿੜੇ ਹੋਏ ਗੁਲਾਬ ਦੇ ਫੁੱਲ ਬਣ ਜਾਵਾਂਗੇ। ਸਾਡੇ ਸਾਰੇ ਸਰਾਫ ਧੋਤੇ ਜਾਣਗੇ। ਹੁਣ ਸਾਡੇ ਤੇ ਕੋਈ ਸਰਾਫ ਨਹੀਂ ਰਹਿ ਸਕੂਗਾ। ਜਿੱਦਾਂ ਪਰਮੇਸ਼ਰ ਕਵੇ ਬਸ ਅਸੀਂ ਉਦਾਂ ਕਰਨੀ ਆ। ਦੁਬਾਰਾ ਫਿਰ ਬੋਲੀਏ। ਜਿੱਦਣ ਉਸ ਦਿਨ ਬੋਲਿਆ ਸੀ ਨਾ, ਉਸ ਦਿਨ ਇੱਕ ਗੱਲ ਵਿੱਚੋਂ ਬਹੁਤ ਹੀ ਜ਼ਰੂਰੀ ਜਿਹੜੀ ਉਹ ਰਹਿ ਗਈ ਸੀਗੀ। ਤੇ ਅੱਜ ਉਹ ਗੱਲ ਜਿਹੜੀ ਆ, ਜਦੋਂ ਉਸ ਗੱਲ ਤੇ ਆਪਾਂ ਆਵਾਂਗੇ ਮੈਂ ਦੁਹਰਾਉਂਗੀ ਕਿ ਉਸ ਦਿਨ ਉਹ ਮੈਨੂੰ ਭੁੱਲ ਗਈ ਸੀਗੀ ਬੋਲਣ ਦੇ ਲਈ। ਨਹੀਂ, ਉਹ ਉਸ ਵੇਲੇ ਦਿਮਾਗ ਨੇ ਕੈਚ ਕਰਕੇ ਬੋਲੀ ਨਾਲ ਉਹ ਭੁੱਲ ਗਈ ਸੀ। ਉਹਨੂੰ ਚੰਗੀ ਤਰ੍ਹਾਂ ਲੈਣਾ। ਅੱਜ ਜਦੋਂ ਉਹ ਗੱਲ ਦੀ ਵਾਰੀ ਆਊਗੀ ਉਸ ਵੇਲੇ ਇਹ ਵਾਰਤਾ ਤੁਹਾਨੂੰ ਦੱਸੀ ਜਾਊਗੀ ਕਿ ਆਹ ਗੱਲ ਉਹਦੇ ਵਿੱਚੋਂ ਉਹ ਦਿਨ ਭੁੱਲ ਗਈ ਸੀਗੀ। ਸੋ ਉੱਥੇ ਆਪਾਂ ਫਿੱਟ ਕਰ ਲੈਣੀ ਆ। ਪਿਛਲੀ ਪ੍ਰਾਰਥਨਾ ਦੇ ਵਿੱਚ ਸੁਣ ਕੇ ਵੀ ਫਿੱਟ ਕਰ ਲੈਣੀ ਆ, ਇੱਥੇ ਬੋਲਣੀ ਆ। ਕਿਉਂਕਿ ਇਹ ਬਹੁਤ ਖੁਲਾਸੇ ਦੇ ਨਾਲ ਡੈਰਕ ਪ੍ਰਿੰਸ ਦੇ ਬਾਰੇ ਮੈਂ ਦੱਸਿਆ। ਤੁਸੀਂ ਜਦੋਂ ਡੈਰਕ ਪ੍ਰਿੰਸ ਨੂੰ ਕੱਢੋਗੇ ਨਾ, ਹੁਣ ਸੁਣੋਗੇ ਨਾ, ਹੁਣ ਜਿਹਦੇ ਲਿਖਿਆ ਕਰਸ ਦੇ ਬਾਰੇ, ਹੁਣ ਤੁਹਾਨੂੰ ਬਹੁਤ ਸਮਝ ਛੇਤੀ ਆਊਗੀ। ਕਿਉਂਕਿ ਤੁਸੀਂ ਡੀਪਲੀ ਗਿਆਨ ਉਹਦਾ ਪਰਮੇਸ਼ਰ ਕੋਲੋਂ ਖੁਦ ਬੋਲਾਂ ਦੇ ਨਾਲ ਵਾਰ-ਵਾਰ ਲੈ ਲਿਆ ਆ। ਹੁਣ ਉਹ ਥੋੜ੍ਹੀ ਗੱਲ ਨੂੰ ਤੁਸੀਂ ਸਮਝ ਸਕੋਗੇ ਆਸਾਨੀ ਦੇ ਨਾਲ। ਤਾਂ ਇਸ ਕਰਕੇ ਹੁਣ ਪਹਿਲੋਂ ਸਭ ਤੋਂ ਆਪਣੇ ਵਾਹਨ ਸੱਜੇ ਹੱਥ ਦੀ ਤੇ ਖੱਬੇ ਦੀ, ਉਹਦੇ 'ਚ ਤੁਹਾਨੂੰ ਬਹੁਤ ਪਛਾਣ ਦਿੱਤੀ ਸੀ ਕਿ ਬਾਕੀ ਤੁਸੀਂ ਜਿਵੇਂ ਬਾਈਬਲ ਪੜ੍ਹੋਗੇ ਤਿਵੇਂ ਤੁਹਾਨੂੰ ਸੱਜੇ ਦੀ ਤੇ ਖੱਬੇ ਦੀ ਪਤਾ ਲੱਗੀ ਜਾਊਗਾ ਕਿ ਵਾਕਈ ਸੱਜੇ ਹੱਥ ਵਡਿਆਈਆਂ। ਪਰਮੇਸ਼ਰ ਦਾ ਸੱਜਾ ਹੱਥ ਜਿਹੜਾ ਆ, ਇਹ ਹੀ ਮਹਾਨਤਾ ਤੇ ਆਸ਼ੀਰਵਾਦ ਦਾ ਸੱਜਾ ਹੱਥ ਜਿਹੜਾ ਘਰ ਆ। ਠੀਕ ਆ। ਹੁਣ ਆਪਾਂ ਪਹਿਲਾਂ ਬੋਲ ਲਈਏ ਪ੍ਰਭੂ ਯਿਸੂ ਮਸੀਹ ਤੇ ਅਸੀਂ ਵਿਸ਼ਵਾਸ ਕਰਦੇ ਹਾਂ। ਸਾਰੇ ਬੋਲਣਾ ਆਪਾਂ, ਪ੍ਰਭੂ ਯਿਸੂ ਮਸੀਹ ਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਹਾਂ। ਹਾਲੇਲੂਇਆ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਇੱਕੋ ਇੱਕ ਹੀ ਪਰਮੇਸ਼ਰ ਦਾ ਪੁੱਤਰ ਯਿਸੂ ਨਾਸਰੀ, ਹੋਰ ਕੋਈ ਪੁੱਤਰ ਨਹੀਂ। ਇੱਕੋ ਇੱਕ ਪਰਮੇਸ਼ਰ ਦਾ ਪੁੱਤਰ ਯਿਸੂ ਨਾਸਰੀ, ਹੋਰ ਕੋਈ ਦੂਜਾ ਪੁੱਤਰ ਨਹੀਂ। ਤੇ ਇੱਕੋ ਇੱਕ ਪਰਮੇਸ਼ਰ ਨੂੰ ਜਾਣ ਦਾ ਰਾਹ ਆ ਤੇ ਹੋਰ ਕੋਈ ਦੂਜਾ ਰਾਹ ਵੀ ਨਹੀਂ। ਅਸੀਂ ਵਿਸ਼ਵਾਸ ਕਰਦੇ ਹਾਂ। ਝੂਠ ਨਹੀਂ ਬੋਲਣਾ ਆਪਣੇ ਅੰਦਰੋਂ, ਮੂੰਹ ਤੋਂ ਬੁੱਲਾਂ ਤੋਂ ਨਹੀਂ ਬੋਲਣਾ, ਅੰਦਰੋਂ ਬੋਲਣਾ। ਉਹ ਜਾਣਦਾ ਆ ਜਿਹਨੇ ਗੁਰਦਿਆਂ ਨੂੰ ਬਣਾਇਆ ਸਾਨੂੰ। ਉਹ ਇੱਕ ਰਮਜ ਨੂੰ ਜਾਣਦਾ, ਅੰਦਰੋਂ ਬੋਲਣਾ। ਮੈਂ ਵਿਸ਼ਵਾਸ ਕਰਦਾ ਹਾਂ। ਵਿਸ਼ਵਾਸ ਅਸੀਂ ਕਰਦੇ ਹਾਂ ਕਿ ਪਰਮੇਸ਼ਰ ਤੇਰੇ ਦਰਗਾਹ ਨੂੰ ਜਾਣਦਾ ਵੀ ਇੱਕੋ ਰਾਹ ਆ, ਹੋਰ ਕੋਈ ਦੂਜਾ ਰਾਹ ਨਹੀਂ। ਹਾਲੇਲੂਇਆ। ਹੇ ਪ੍ਰਭੂ, ਤੁਸੀਂ ਆਪ ਮੇਰੇ ਪਾਪਾਂ ਲਈ ਕਲਵਰੀ ਕਰੂਸ ਦੇ ਉੱਤੇ ਚੜ੍ਹ ਗਏ। ਤੁਸੀਂ ਆਪ ਮੇਰੇ ਪਾਪਾਂ ਲਈ, ਖੱਬਾ ਹੱਥ ਚੱਕੋ, ਮੇਰੇ ਪਾਪਾਂ ਲਈ ਕਲਵਰੀ ਕਰੂਸ ਦੇ ਉੱਤੇ ਚੜ੍ਹ ਗਏ। ਤੁਸੀਂ ਮੇਰੇ ਪਾਪਾਂ ਲਈ ਕਲਵਰੀ ਕਰੂਸ ਦੇ ਉੱਤੇ ਚੜ੍ਹ ਗਏ। ਤੁਸੀਂ ਮੇਰੇ ਪਾਪਾਂ ਦੇ ਲਈ ਕੋੜੇ ਖਾ ਕੇ ਆਪਣੀ ਖਲ ਨੂੰ ਅਧੇੜਿਆ, ਜਿਵੇਂ ਲੇਲੇ ਦੀ ਅਧੇੜੀ ਜਾਂਦੀ ਆ, ਜਿਵੇਂ ਬੱਕਰੇ ਦੀ ਅਧੇੜੀ ਜਾਂਦੀ ਆ। ਪਿਤਾ, ਤੁਸੀਂ ਬੱਕਰੇ ਦੀ ਤਰ੍ਹਾਂ ਮੇਰੇ ਪਾਪਾਂ ਦੇ ਕਰਕੇ ਤੁਸੀਂ ਕੋਏ ਗਏ। ਮੇਰੇ ਪਾਪਾਂ ਦੇ ਕਰਕੇ ਤੁਹਾਡੇ ਹੱਥਾਂ ਤੇ ਪੈਰਾਂ ਦੇ ਵਿੱਚ ਕਿੱਲ ਠੋਕੇ ਗਏ। ਮੇਰੇ ਪਾਪਾਂ ਦੇ ਕਰਕੇ ਹੇ ਪਿਤਾ ਤੁਹਾਡੇ ਮੂੰਹ ਦੇ ਵਿੱਚ ਥੁੱਕਿਆ ਗਿਆ। ਮੇਰੇ ਪਾਪਾਂ ਦੇ ਕਰਕੇ ਮੇਰੇ ਪਰਮੇਸ਼ਰ ਯਿਸੂ ਮਸੀਹ ਤੁਹਾਡੀ ਦਾੜੀ ਪੁੱਟੀ ਗਈ। ਹੇ ਪਿਤਾ ਯਿਸੂ ਨਾਸਰੀ, ਮੇਰੇ ਪਾਪਾਂ ਦੇ ਕਰਕੇ ਤੁਹਾਡੇ ਸਿਰ ਤੇ ਕੰਡਿਆਂ ਦਾ ਤਾਜ ਪਹਿਨਾ ਦਿੱਤਾ ਗਿਆ। ਹੇ ਮੇਰੇ ਪਿਤਾ ਪਰਮੇਸ਼ਰ ਯਿਸੂ ਨਾਸਰੀ, ਮੇਰੇ ਪਾਪਾਂ ਦਾ ਕਰਕੇ ਤੁਹਾਡੀ ਬੱਖੀ ਦੇ ਵਿੱਚ ਛੁਰਾ ਮਾਰ ਦਿੱਤਾ ਗਿਆ। ਹੇ ਪਿਤਾ ਪਰਮੇਸ਼ਰ, ਤੁਸੀਂ ਮੇਰੇ ਪਾਪਾਂ ਦੇ ਲਈ ਤੁਹਾਡਾ ਖੂਨ ਨਿਚੋੜਿਆ ਗਿਆ। ਸਾਡੇ ਲਈ ਕਰੂਸ ਦੇ ਉੱਤੇ ਚੜ੍ਹ ਕੇ ਤੁਸੀਂ ਆਪਣੀ ਜਾਨ ਦੇ ਦਿੱਤੀ, ਮੌਤ ਲੈ ਲਈ। ਇੱਥੋਂ ਤੱਕ ਤੁਸੀਂ ਸਾਡੇ ਲਈ ਮੌਤ ਲੈ ਲਈ। ਦੇਖੋ ਪਰਮੇਸ਼ਰ ਦੇ ਸੀਨ ਨੂੰ ਲਟਕਦਾ ਲਿਆਓ ਆਪਣੀਆਂ ਅੱਖਾਂ ਦੇ ਅੱਗੇ ਤੇ ਹੰਝੂ ਕਿੱਦਾਂ ਨਾ ਜਾਣਗੇ। ਪਰਮੇਸ਼ਰ ਸਾਡੇ ਲਈ ਆਇਆ, ਸਾਡੇ ਲਈ ਇਸ ਤਰ੍ਹਾਂ ਦੇ ਦੁੱਖ ਸਹੇ ਆ ਉਹਨੇ।
ਤੇ ਸਾਡੇ ਕੋਲੋਂ ਆਪਣੇ ਸੁੱਖ ਲਈ ਇੰਨਾ ਕੰਮ ਨਹੀਂ ਹੁੰਦਾ ਜਿੰਨਾ ਪ੍ਰਭੂ ਸਮਝਾ ਰਿਹਾ ਵੀ ਏਦਾਂ ਕਰ ਲਓ ਛੁੱਟ ਜਾਓਗੇ। ਸਾਡੇ ਕੋਲ ਇੰਨਾ ਨਹੀਂ ਹੁੰਦਾ, ਸਾਨੂੰ ਇੰਨਾ ਹੀ ਕਰਨਾ ਔਖਾ ਆ, ਸਾਨੂੰ ਇੰਨਾ ਟਾਈਮ ਨਹੀਂ ਨਿਕਲਦਾ, ਸਾਨੂੰ ਇੰਨੇ ਬਚਨ ਥੋੜੇ ਜਿਹੇ ਕੰਠ ਨਹੀਂ ਹੁੰਦੇ। ਹੱਦ ਹੋ ਗਈ ਬੰਦਿਆ ਤੇਰੇ ਵਾਲੀ। ਹਾਲੇਲੂਇਆ। ਪਰਮੇਸ਼ਰ ਯਿਸੂ ਨਾਸਰੀ, ਤੁਸੀਂ ਸਾਡੇ ਵਾਸਤੇ ਇੱਥੋਂ ਤੱਕ ਕਿ ਤੁਸੀਂ ਮੌਤ ਲੈ ਲਈ ਔਰ ਮੌਤ ਦੇ ਵਿੱਚੋਂ ਤੀਜੇ ਦਿਨ ਜੀ ਉੱਠੇ। ਸਾਡੇ ਲਈ ਤੁਸੀਂ ਜੀ ਉੱਠੇ। ਹੱਥ ਖੱਬਾ। ਸਾਡੇ ਲਈ ਤੀਜੇ ਦਿਨ ਜੀ ਉੱਠੇ। ਗਲਾਤੀਆ 3:13 ਦੇ ਵਿੱਚ ਲਿਖਿਆ, ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾਂ ਦੇ ਸਰਾਪ ਤੋਂ ਛੁਡਾਇਆ। ਸਾਡੇ ਲਈ ਸਰਾਫੀ ਬਣਿਆ। ਲਿਖਿਆ ਹੋਇਆ ਸਰਾਫੀ ਹੈ ਹਰੇਕ ਜਿਹੜਾ ਰੁੱਖ ਤੇ ਟੰਗਿਆ ਹੋਇਆ ਵੇ ਐਬਰਾਹੀਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ। ਖੱਬਾ ਹੱਥ। ਸਾਡੇ ਲਈ ਸਰਾਫੀ ਬਣਿਆ, ਸਾਡੇ ਲਈ ਮੌਤ ਲਈ, ਸਾਡੇ ਲਈ ਕਾਠ ਤੇ ਟੰਗਿਆ ਗਿਆ, ਸਾਡੇ ਲਈ ਆਪਣੇ ਆਪ ਨੂੰ ਸਰਾਫੀ ਬਣਾ ਲਿਆ। ਜੋ ਸਰਾਫ, ਜੋ ਪਾਪ ਆਪਣਾ ਨਾਂ ਲਵੋ ਮੈਂ ਕੀਤੇ, ਆਪਣੇ ਬੱਚਿਆਂ ਦਾ ਨਾਂ ਲਵੋ। ਪਤਨੀ ਕਰਦੀ ਪਤਨੀ ਪ੍ਰਾਰਥਨਾ ਤੇ ਪਤੀ ਦਾ ਨਾਂ ਲਵੇ, ਪਤੀ ਪ੍ਰਾਰਥਨਾ ਕਰਦਾ ਤੇ ਪਤਨੀ ਦਾ ਨਾਂ ਲਵੇ। ਆਪਣੇ ਬੱਚਿਆਂ ਦੇ ਨਾਂ ਲਵੋ, ਆਪਣੇ ਮਾਂ ਪਿਓ ਦਾ ਨਾਂ ਲਵੋ, ਆਪਣੇ ਵੱਡੇ ਵਡੇਰਿਆਂ ਦੇ ਜਿੰਨੇ ਕੁ ਨਾਂ ਜਾਣਦੇ ਲੈ ਲਓ, ਨਹੀਂ ਜਾਣਦੇ ਕਿਉਂਕਿ ਇਨਸਾਨ ਨੂੰ ਇਹ ਭੁਲੇਖੇ ਆ ਕਿ ਮੈਂ ਦੁਨੀਆ ਤੇ ਆਇਆ ਹੋਇਆ, ਪਤਾ ਨਹੀਂ ਮੈਂ ਕੀ ਆ, ਪਰ ਇਹਨੂੰ ਆਪਣੇ ਵੱਡੇ ਵਡੇਰਿਆਂ ਦਾ ਜਦ ਨਾਂ ਨਹੀਂ ਪਤਾ ਤੇ ਕੌਣ ਇੱਥੇ ਆਇਆ ਤੇ ਕੌਣ ਇੱਥੇ ਗਿਆ। ਸਾਡੇ ਜਿਹੜੇ ਵੱਡੇ ਵਡੇਰੇ ਸਾਨੂੰ ਨਹੀਂ ਪਤਾ ਉਹਨਾਂ ਦੇ ਨਾਮ ਕੀ ਆ, ਕਦੋਂ ਤੋਂ ਸਾਡੇ ਤੇ ਸਰਾਫ ਚੱਲਦੇ ਆਏ ਆ। ਪਿਤਾ, ਜਿੰਨੇ ਸਾਡੇ ਵੱਡੇ ਵਡੇਰਿਆਂ ਨੇ ਪਾਪ ਕੀਤੇ, ਮੇਰੇ ਪਤੀ ਦੇ ਵੱਡੇ ਵਡੇਰਿਆਂ ਨੇ ਕੀਤੇ ਜਾਂ ਮੇਰੀ ਪਤਨੀ ਦੇ ਵੱਡੇ ਵਡੇਰਿਆਂ ਨੇ ਕੀਤੇ, ਹੇ ਪਿਤਾ ਅਸੀਂ ਨਹੀਂ ਜਾਣਦੇ। ਪਿਤਾ ਤੂੰ ਜਾਣਦਾ ਆ ਉਹ ਪਾਪਾਂ ਤੋਂ ਲਾ ਕੇ ਜੋ ਸਾਡੇ ਬੱਚਿਆਂ ਦੇ ਨਾਂ ਲਵੋ, ਕੱਲੇ ਕੱਲੇ ਬੱਚੇ ਦਾ ਉਹਨਾਂ ਨੇ ਕੀਤੇ, ਚਾਹੇ ਬੱਚਾ ਨਿੱਕਾ ਜਿਹਾ ਚਾਹੇ ਬੱਚਾ ਵੱਡਾ। ਕਈ ਬੱਚੇ ਜੰਮਦੇ ਹੀ ਜਮਾਂਦਰੂ ਅੰਨੇ ਆ, ਜਮਾਂਦਰੂ ਗੁੰਗੇ ਆ, ਜਮਾਂਦਰੂ ਤਕਲੀਫ ਆ, ਜਮਾਂਦਰੂ ਪੈਰਾਲਾਈਸ ਆ। ਕਿਉਂ ਆ? ਪਿਛਲੇ ਸਰਾਫਾਂ ਕਰਕੇ। ਉਹਦੀ ਸੋਲ ਸਰਾਫਾਂ ਚੋਂ ਨਿਕਲ ਕੇ ਆਈ ਆ। ਉਹ ਜਨਮ ਤਾਂ ਲੈ ਲਿਆ ਆ ਪਰ ਸਰਾਫ ਪਿਛਲੇ ਪ੍ਰਬਲ ਹੁੰਦੇ ਜਾ ਰਹੇ ਆ। ਉਹ ਤੋੜੇ ਨਹੀਂ ਗਏ, ਉਹ ਤੋੜੇ ਨਹੀਂ ਗਏ ਤਾਂ ਉਹ ਵੱਡੇ ਤੋਂ ਵੱਡੇ ਮਤਲਬ ਮਜ਼ਬੂਤ ਤੋਂ ਮਜ਼ਬੂਤ ਸੰਗਲ ਬਣਦੇ ਗਏ ਆ। ਗੱਲ ਇਹ ਤੁਸੀਂ ਬਚਨਾਂ 'ਚ ਸੁਣ ਲਓਗੇ ਅੱਗੇ ਜਾ ਕੇ। ਓਕੇ, ਤਾਂ ਇੱਥੇ ਅਸੀਂ ਇੱਦਾਂ ਇਸੇ ਤਰ੍ਹਾਂ ਪ੍ਰਾਰਥਨਾ ਕਰਦੇ ਜਾਣਾ ਆ ਤੇ ਦੁਹਾਈ ਦਿੰਦੇ ਜਾਣਾ ਪਰਮੇਸ਼ਰ ਦੇ ਅੱਗੇ ਅੱਖਾਂ ਬੰਦ ਕਰਕੇ। ਪਰਮੇਸ਼ਰ, ਫਿਰ ਤੁਸੀਂ ਆਪਣੇ ਬੱਚਿਆਂ ਦੇ ਵੀ ਨਾਂ ਲੈਣੇ, ਆਪਣਾ ਵੀ ਨਾਂ ਲੈਣਾ, ਇੱਕ ਦੂਜੇ ਦਾ ਪਤੀ ਪਤਨੀ ਦੇ ਨਾਂ ਜਿਹੜਾ ਵੀ ਕਰਦਾ ਇੱਕ ਦੂਜੇ ਦੇ ਅੰਗੇਸਟ ਨਾਂ ਲੈਣਾ। ਜੇ ਪਤੀ ਤੇ ਪਤਨੀ ਦਾ, ਪਤਨੀ ਹੈ ਤੇ ਪਤਨੀ ਦਾ, ਪਤਨੀ ਹੈ ਤੇ ਪਤੀ ਦਾ। ਓਕੇ, ਤੁਸੀਂ ਸਮਝ ਗਏ ਆ ਚੰਗੀ ਤਰ੍ਹਾਂ। ਫਿਰ ਤੁਸੀਂ ਉਸ ਤੋਂ ਬਾਅਦ ਵਿੱਚ ਕਹਿਣਾ, ਪਰਮੇਸ਼ਰ ਜੋ ਕੱਲ੍ਹ ਤੋਂ ਲਾ ਕੇ ਇਸ ਵੇਲੇ ਤੱਕ ਜੋ ਸਾਡੇ ਕੋਲੋਂ ਪਾਪ ਹੋਏ, ਅਸੀਂ ਪਲ ਪਲ ਤੇ ਸਰਾਫੀ ਬਣਦੇ ਹਾਂ। ਪਲ ਪਲ ਤੇ ਸਾਡੀ ਜ਼ਬਾਨ ਆ ਜਿਹੜੀ ਨਾ ਦੋਹਰਾ ਫਾਟਕ ਖੁੱਲ੍ਹਦਾ ਹੈ, ਇਸ ਲੁਤਰੀ ਦਾ ਦਰਵਾਜ਼ਾ, ਜਿਹੜੀ 9 ਦਰਵਾਜ਼ਿਆਂ ਦੀ ਤੁਹਾਨੂੰ ਦੱਸੀ ਗੱਲ ਪਈ, ਇਹਨਾਂ ਨੂੰ ਕਰ ਲਓ ਬੰਦ, ਇਹਨਾਂ ਉੱਤੇ ਲਾ ਲਓ ਪ੍ਰਭੂ ਦੇ ਕਰੋਸ ਦਾ ਤੇਲ, ਪ੍ਰਭੂ ਦੇ ਕਰੋਸ ਦਾ ਲਹੂ ਜਿਹੜਾ ਤੇਲ ਬਣਾ ਕੇ ਰੱਖਿਆ ਨਾ, ਇਹਨਾਂ ਦੇ ਬਚਨ ਦਾ ਕਰੋਸ ਤੁਸੀਂ ਲਾਓ, ਅੱਖਾਂ ਤੇ ਵੀ, ਕੰਨਾਂ ਤੇ ਵੀ, ਨਾਸਕਾਂ ਤੇ ਵੀ, ਤੇ ਇਸ ਜ਼ਬਾਨ ਤੇ ਵੀ, ਤੇ ਮਲ ਮੂਤਰ ਇੰਦਰੀਆਂ ਤੇ ਵੀ। 9 ਦੇ 9 ਦਰਵਾਜ਼ੇ ਪ੍ਰਗਟ। ਤੇ 10ਵਾਂ ਹੈਗਾ ਗੁਪਤ, ਉਹ ਸਾਡਾ ਹੈਗਾ ਹਿਰਦਾ। ਇੱਥੇ ਪ੍ਰਭੂ ਦਾ ਗੁਪਤ ਜਿਹੜਾ ਪ੍ਰਗਟ, ਜਿੱਥੇ ਉਹ ਬਹਿ ਜਾਊਗਾ ਇੱਕਦਮ ਜਦੋਂ ਦਰਵਾਜ਼ੇ ਬਾਹਰ ਦੇ ਤੂੰ ਬੰਦ ਕੀਤੇ, ਪ੍ਰਗਟ ਹੋ ਜਾਊਗਾ। ਪ੍ਰਗਟ ਫਿਰ ਖੁੱਲ੍ਹ ਜਾਊਗਾ ਉਦੋਂ ਹੀ ਜਦੋਂ 9 ਬੰਦ ਕਰ ਲੈ। ਤੇ ਜਿਹੜੀ ਸਾਡੀ ਜ਼ੁਬਾਨ ਦਾ ਫਾਟਕ ਆ ਨਾ, ਇਹ ਦਬਲਾ ਫਾਟਕ ਆ। ਇਹ ਦੋ ਦਰਵਾਜ਼ੇ ਇਹਨੂੰ 2 ਬੂਹੇ ਲੱਗੇ ਹੋਏ ਆ ਤੱਕੜੇ। ਜਿੱਦਾਂ ਸਾਡੇ ਵੱਡੇ ਘਰਾਂ ਨੂੰ ਵੱਡੇ ਵੱਡੇ ਗੇਟ, 2 ਇੱਧਰ ਖੁੱਲ੍ਹਦਾ ਇੱਕ ਇੱਧਰ ਖੁੱਲ੍ਹਦਾ। ਵੱਡੇ ਘਰ ਨੂੰ 2 ਡੋਰਾਂ, ਇੱਕ ਇੱਧਰ ਦੀ ਖੁੱਲ੍ਹਦੀ ਇੱਕ ਇੱਧਰ ਦੀ ਖੁੱਲ੍ਹਦੀ ਆ। ਬੜੀਆਂ ਡੋਰਾਂ ਉਹਨਾਂ ਦੀਆਂ ਤੱਕੜੀਆਂ, ਬੜੀਆਂ ਹੈਕਲਾਂ ਦੀਆਂ ਇੱਦਾਂ ਡੋਰਾਂ ਆ। ਕਈਆਂ ਚਰਚਾਂ ਦੀਆਂ ਇੱਦਾਂ ਡੋਰਾਂ, ਬਹੁਤਿਆਂ ਦੀਆਂ, ਜਿੰਨੀ ਵੱਡੀ ਬਿਲਡਿੰਗ ਉਨੀਆਂ 2 ਡੋਰਾਂ। ਇਹ ਹੀ ਸਾਡੇ ਜੀਵ ਦਾ ਕੰਮ ਹੈ। ਇੱਕ ਤਾਂ ਨੂੰ ਬੋਲ, ਇੱਕ ਥੱਲੇ ਬੋਲ। ਇਹ 2 ਫਾਟਕ ਬੜੇ ਮਜ਼ਬੂਤ ਆ। ਇਹ ਬਚ ਜਾਓ ਇਸ ਲੁਤਰੀ ਕੋਲੋਂ। ਇਹ ਲੁਤਰੀ ਨਹੀਂ ਸਾਨੂੰ ਜੀਣ ਦਿੰਦੀ, ਇਹ ਪਾਪਣ ਆ ਇਹ। ਤੇ ਇਹ ਚੰਗੀ ਵੀ ਬਹੁਤ ਆ, ਸਵਰਗਾਂ ਨੂੰ ਵੀ ਲੈ ਜੂਗੀ ਜੇ ਕਿਤੇ ਚੰਗੀ ਬਣ ਜਾਵੇ, ਜੇ ਕਿਤੇ ਅੰਦਰਲੇ ਦੇ ਨਾਲ ਇੱਕ ਹੋ ਜਾਵੇ। ਇਹ ਨਹੀਂ ਤੇ ਮੂੰਹ ਤੋਂ ਕਿਸੇ ਦੀਆਂ ਵੀ, ਮੂੰਹ ਤੋਂ ਤਾਂ ਬੜਾ ਮਿੱਠਾ ਮਿੱਠਾ ਕਿਸੇ ਦੇ ਸਾਹਮਣੇ,
ਪਿੱਠ ਪਿੱਛੇ ਨਿੰਦਿਆ, ਪਿੱਠ ਪਿੱਛੇ ਚੁਗਲੀਆਂ। ਉਹ ਜੇ ਤੂੰ ਚੁਗਲੀਆਂ ਹੀ ਕਰਨੀਆਂ ਸੀ ਉਹਦੀਆਂ ਤਾਂ ਕਮ ਸੇ ਕਮ ਮੂੰਹ ਤੇ ਨਾਲ ਦੀ ਸਲਾਹ ਤਾਂ ਕਰ, ਚੁੱਪ ਰਹਿ। ਜੇ ਤੂੰ ਪਿੱਠ ਪਿੱਛੇ ਹੀ ਨਿੰਦਣਾ ਉਹਨੂੰ ਤੇ ਮੂੰਹ ਤੇ ਕਿਉਂ ਸਲਾਹ ਕਰਦਾ ਪਿਆ ਉਹਦੀਆਂ, ਬਈ ਤੂੰ ਚੰਗਾ, ਬਹੁਤ ਚੰਗਾ, ਬਹੁਤ ਚੰਗਾ ਕਿਉਂ ਕਹਿ ਰਿਹਾ? ਕਿਉਂ ਠੱਗੀ ਕਮਾ ਰਿਹਾ ਕਿਸੇ ਦੇ ਨਾਲ? ਕਿਉਂ ਕੂੜ ਕਪਟ ਬੋਲ ਰਿਹਾ? ਪਰਮੇਸ਼ਰ ਤੇਰਾ ਦੇਖਦਾ ਆ। ਜੇ ਉਹ ਨਹੀਂ ਚੰਗਾ ਉਹਦੀ ਪ੍ਰਾਰਥਨਾ ਕਰ, ਟੀਚਰਾਂ ਤੇ ਨਾ ਕਰ, ਪ੍ਰਾਰਥਨਾ ਕਰ ਉਹਦੀ। ਬਸ ਇਹ ਸਾਡਾ ਕੰਮ ਆ। ਇੰਨਾ ਸਿੱਖ ਜਾ ਤੇ ਉਹਦੀ ਪ੍ਰਾਰਥਨਾ ਕਰ। ਆਪਾਂ ਸੱਜੀ ਖੱਬੇ ਹੱਥ ਦੇ ਵਿੱਚੋਂ ਇਹ ਪਛਾਣ ਦੇ ਰਹੇ ਹਾਂ ਸਰਾਫਾਂ ਦੀ। ਇੱਥੋਂ ਸਰਾਫ ਨਿਕਲਦੇ ਆ ਇਹਨਾਂ ਗੱਲਾਂ ਦੇ ਨਾਲ ਸਾਡੇ ਉੱਤੇ, ਜਿਹੜੇ ਕੱਲ੍ਹ ਤੋਂ ਅੱਜ ਤੱਕ ਕੀਤੇ, ਹੁਣ ਤੱਕ ਕੀਤੇ, ਜਿਸ ਤਰ੍ਹਾਂ ਇਸਰੇ ਬੀਬੀ ਹਰਭਜਨ ਕੌਰ ਆ ਇਸ ਵੇਲੇ ਤੱਕ ਕੀਤੇ, ਪਿਛਲੇ ਘੰਟੇ ਦੇ ਵਿੱਚ ਦੀ। ਖਰੇ ਕਿਹੜਾ ਗਲਤ ਸੋਚਣੀ ਆਈ ਸੀ ਮਨ ਵਿੱਚ, ਖਰੇ ਕਿਹੜਾ ਗਲਤ ਜੀਵ ਤੋਂ ਕੋਈ ਬੋਲਿਆ ਗਿਆ ਕਿ ਇਹ ਬੰਦਾ ਪਛਾਣਦਾ ਥੋੜ੍ਹਾ ਮੈਂ ਕੀ ਬੋਲਦਾ ਹਾਂ। ਪਤਾ ਹੀ ਨਹੀਂ, ਗਾਲਾਂ ਕੱਢੀ ਜਾਂਦਾ, ਪਤਾ ਹੀ ਨਹੀਂ ਕਿਸੇ ਦੀ ਨਿੰਦਾ ਕਰੀ ਜਾਂਦਾ, ਪਤਾ ਹੀ ਨਹੀਂ ਕਿੰਨੀ ਕੁ ਕੀਤੀ ਸੀ। ਤੇ ਹੁਣ ਤੱਕ ਕੱਲੀਆਂ ਤੁਹਾਡੀਆਂ ਹੀ ਮਾਫੀਆਂ ਨਹੀਂ, ਪਰਮੇਸ਼ਰ ਮੈਨੂੰ ਵੀ ਮਾਫ ਕਰੇ। ਇਹ ਬੰਦਾ ਆ ਭੁੱਲਣਹਾਰ ਆ, ਹਰ ਬੰਦਾ ਭੁੱਲਣਹਾਰ ਆ। ਬੱਚਾ ਆ ਉਹਦਾ, ਬੱਚੇ ਨੇ ਤਾਂ ਗਲਤੀਆਂ ਕਰਨੀਆਂ ਆ, ਪਰ ਇਹ ਗਲਤੀਆਂ ਸਾਨੂੰ ਰੋਜ਼ਾਨਾ ਬਹੁਤ ਆਸਾਨੀ ਮਾਫ ਹੋ ਜਾਂਦੀਆਂ ਜੇ ਅਸੀਂ ਰੋਜ਼ ਦੇ ਰੋਜ਼ ਪਰਮੇਸ਼ਰ ਦੇ ਅੱਗੇ ਇਹਨਾਂ ਗਲਤ ਨਿੱਕੀਆਂ ਮੋਟੀਆਂ ਜਿਨ੍ਹਾਂ ਤੋਂ ਸਾਨੂੰ ਵੈਸੇ ਪਤਾ ਨਹੀਂ ਲੱਗਦਾ, ਕਿਉਂਕਿ ਆਦਤਾਂ ਗੰਦੀਆਂ ਬਣ ਚੁੱਕੀਆਂ, ਪਰ ਇਹਨਾਂ ਨੂੰ ਹਟਾ ਲਈਏ ਤੇ ਅਸੀਂ ਸੁਧਰ ਵੀ ਸਕਦੇ ਹਾਂ। ਇਹਦਾ ਨਹੀਂ ਕਿ ਅਸੀਂ ਸੁਧਰ ਨਹੀਂ ਸਕਦੇ, ਪਰ ਜਾਣੇ ਅਣਜਾਣੇ ਵਿੱਚ ਕੋਈ ਵੀ ਹੋ ਜਾਂਦੀ ਆ। ਬੱਚਾ ਹੈ ਨਾ, ਬੱਚੇ ਤੋਂ ਹੋ ਜਾਣੀ ਆ, ਤਾਂ ਫਿਰ ਉਹ ਕੱਲ੍ਹ ਤੋਂ ਲਾ ਕੇ ਇਸ ਵੇਲੇ ਤੱਕ ਜਦੋਂ ਪ੍ਰਾਰਥਨਾ ਕਰਨ ਲੱਗੋ ਉਦੋਂ ਹੀ ਕਹੋ, ਪਿਛਲੇ ਟਾਈਮ ਤੋਂ ਲਾ ਕੇ ਹੁਣ ਤੱਕ 3 ਵਾਰੀ ਪ੍ਰਾਰਥਨਾ ਕਰਦੇ ਆ ਤਾਂ ਉਸ ਵੇਲੇ ਫਿਰ ਇਹਦੀ ਮੰਗ ਕਰੋ। ਪਿਛਲੇ ਜਿਹੜੇ ਸਾਹ ਲੈ ਗਏ ਉਹਨਾਂ 'ਚ ਪਤਾ ਨਹੀਂ ਪ੍ਰਭੂ ਜੀ ਕੀ ਸੋਚਿਆ ਗਿਆ, ਤੂੰ ਜਾਣਦਾ ਆ, ਸਾਨੂੰ ਨਹੀਂ ਪਤਾ ਕੀ ਸੋਚਿਆ ਗਿਆ ਆ। ਪਰਮੇਸ਼ਰ ਉਹ ਸਾਨੂੰ ਮਾਫ ਕਰੀ। ਤਾਂ ਇੱਥੇ ਤੱਕ ਮਾਫੀ ਮੰਗ ਲਓ, ਇੱਥੋਂ ਤੱਕ ਮਾਫੀ ਮੰਗਣੀ ਆ। ਇਹ ਨਵੇਂ ਸਿਲਸਿਲਾ ਦਿਹਾੜੀ ਦਾ ਵੀ, ਆਪਣੇ ਜਨਮਾਂ ਜਮੈਤਰਾਂ ਦਾ, ਵੱਡੇ ਵਡੇਰਿਆਂ ਤੋਂ ਲਾ ਕੇ, 1000 ਸਾਲਾਂ ਤੋਂ, 100 ਸਾਲਾਂ ਤੋਂ ਲਾ ਕੇ, 50 ਸਾਲਾਂ ਤੋਂ ਲਾ ਕੇ, 30 ਸਾਲਾਂ ਤੋਂ ਲਾ ਕੇ, 20 ਸਾਲਾਂ ਤੋਂ ਲਾ ਕੇ, 10 ਤੋਂ 5 ਤੋਂ 1 ਤੋਂ ਤੇ 1 ਘੰਟੇ ਤੋਂ, ਮਿੰਟਾਂ ਤੋਂ ਲਾ ਕੇ ਮੰਗੋ। ਹੇ ਪ੍ਰਭੂ, ਸਾਨੂੰ ਨਹੀਂ ਪਤਾ ਜੋ ਸਾਡੇ ਕੋਲੋਂ ਜਿੰਨੇ ਵੀ ਇਹ ਹੋਏ ਆ ਪਾਪ, ਇਹਨਾਂ ਨੂੰ ਮੈਂ ਆਪਣੇ ਬੱਚਿਆਂ ਦਾ ਨਾਂ ਲੈ ਕੇ, ਸਾਰਿਆਂ ਦਾ ਕਹਿ ਕੇ ਮੈਂ ਮੰਨ ਲੈਂਦੀ ਆ ਔਰ ਮੈਂ ਮੰਨ ਲੈਣਾ ਆ। ਹੇ ਪ੍ਰਭੂ, ਮੈਂ ਤੇਰਾ ਬੱਚਾ ਆ, ਮੈਂ ਮੰਨ ਲੈਣਾ ਆ। ਹੇ ਪ੍ਰਭੂ, ਮੈਂ ਤੇਰਾ ਸ਼ਹਿਜ਼ਾਦਾ ਆ, ਮੈਂ ਮੰਨ ਲੈਣਾ ਆ। ਚਾਹੇ ਬੀਬੀ ਬੋਲਦੀ, ਚਾਹੇ ਬੰਦਾ ਬੋਲਦਾ, ਰੂਹ ਸਾਡੀ ਬੱਚੇ ਹੀ ਆ। ਹੇ ਪ੍ਰਭੂ, ਮੈਂ ਇਹਨਾਂ ਸਾਰੇ ਕੀਤੇ ਹੋਏ ਪਾਪਾਂ ਨੂੰ ਆਪਣੇ ਆਪ ਉੱਤੇ ਅੱਜ ਮੰਨ ਲਿਆ ਆ। ਪਿਤਾ, ਮੈਂ ਮੰਨ ਲੈਣਾ ਆ ਤੁਸੀਂ ਦਿਆਲਗੀਆਂ ਦੇ ਪਰਮੇਸ਼ਰ ਆ, ਤੇ ਮੈਨੂੰ ਇਹਨਾਂ ਦੀ ਆਪਣੀ ਦਿਆਲਗੀ ਦੇ ਨਾਤੇ, ਆਪਣੀ ਕਿਰਪਾ ਦੇ ਨਾਤੇ ਮੇਰੇ ਉੱਤੇ ਦਿਆਲਗੀ ਕਰੋ ਤੇ ਮੈਨੂੰ ਮਾਫੀ ਦੇ ਦਿਓ। ਮੈਂ ਮਾਫੀ ਮੰਗਣ ਆਇਆ, ਮੈਂ ਘੁਟਨੇ ਤੇਰੇ ਅੱਗੇ ਲਾਏ ਆ, ਮੈਂ ਤਰਲੇ ਤੇਰੇ ਅੱਗੇ ਕੱਢੇ। ਪ੍ਰਭੂ, ਤੁਸੀਂ ਸਾਨੂੰ ਮਾਫ ਕਰਨ ਦੇ ਲਈ ਆਏ ਆ ਤੇ ਮੈਨੂੰ ਮਾਫੀ ਦੇ ਦਿਓ। ਪਿਤਾ, ਇਹ ਸਾਰਿਆਂ ਪਾਪਾਂ ਨੂੰ ਮੈਂ ਮੰਨ ਲਿਆ, ਅੱਜ ਇਹਨਾਂ ਨੂੰ ਸਾਰਿਆਂ ਨੂੰ ਮੰਨ ਲਿਆ ਆ, ਔਰ ਤੁਸੀਂ ਦਿਆਲਗੀਆਂ ਦੇ ਪਰਮੇਸ਼ਰ ਆ, ਸ਼ਾਂਤੀ ਦੇ ਰਾਜਕੁਮਾਰ ਆ, ਤੁਸੀਂ ਮੈਨੂੰ ਮਾਫੀ ਦੇ ਦਿੱਤੀ ਆ। ਇਹ ਮੈਨੂੰ ਯਕੀਨ ਆ ਗਿਆ ਆ, ਮਾਫੀ ਦੇ ਦਿੱਤੀ ਆ। ਆਮੀਨ, ਆਮੀਨ। ਤੁਸੀਂ ਮਾਫੀ ਦੇ ਦਿੱਤੀ ਆ ਮੈਨੂੰ, ਆਮੀਨ। ਇਸ ਤੋਂ ਅੱਗੇ ਕਹਿਣਾ ਆਪਾਂ ਨੂੰ ਇੱਥੇ ਉਦਣ ਇਹ ਗੱਲ ਇਹ ਸਰੀਰ ਨੂੰ ਭੁੱਲ ਗਈ ਸੀ ਬੋਲਣ ਦੇ ਲਈ, ਨਾਲ ਹੀ ਕਹਿਣਾ ਆ, ਹੇ ਪਿਤਾ, ਤੁਹਾਡਾ ਵਾਅਦਾ, ਤੁਹਾਡਾ ਸਾਡੇ ਨਾਲ ਬਚਨ ਆ, ਤੁਹਾਡਾ ਸਾਨੂੰ ਜਿਹੜਾ ਸਾਨੂੰ ਤੁਸੀਂ ਦਿੱਤਾ ਆ ਕਿ ਜਦੋਂ ਸਾਨੂੰ ਸਾਡਾ ਪਿਤਾ ਮਾਫ ਕਰਦਾ ਆ, ਜਿਵੇਂ ਲਿਖਿਆ ਨਾ, ਸਵਰਗੀ ਪਿਤਾ ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾਫ ਕਰੋ, ਸਾਡੇ ਕਰਜ਼ਿਆਂ ਨੂੰ ਮਾਫ ਕਰੋ, ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾਫ ਕਰਦੇ ਹਾਂ। ਤਾਂ ਪਰਮੇਸ਼ਰ ਕਹਿੰਦਾ ਆਹ ਗੱਲ ਇੱਥੇ ਬੋਲਣੀ ਆ। ਅਸੀਂ ਵੀ ਪਰਮੇਸ਼ਰ ਤੂੰ ਸਾਨੂੰ ਮਾਫ ਕੀਤਾ, ਪਰ ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ, ਹਰ ਕਰਜ਼ਾਈ ਦਾ ਮਤਲਬ ਸਾਡੇ ਪੈਸੇ ਦੇਣ ਵਾਲੇ ਨੂੰ ਨਹੀਂ। ਕਈਆਂ ਦੀ ਇਹ ਸੋਚਣੀ ਆ ਫਲਾਣੇ ਨੇ ਪੈਸੇ ਮੇਰੇ ਦੇਣੇ ਸੀ ਤੇ ਮੈਂ ਉਹਨੂੰ ਮਾਫ ਕਰ ਦਿੱਤਾ। ਨਹੀਂ, ਇਦਾਂ ਦੀ ਗੱਲ ਨਹੀਂ ਗੀ ਇੱਥੇ।
ਠੀਕ ਹੈ, ਤੁਸੀਂ ਚੰਗਾ ਕੀਤਾ, ਚਲੋ ਨਹੀਂ ਦੇ ਸਕਿਆ ਤੁਸੀਂ ਮਾਫ ਕਰ ਦਿੱਤਾ, ਮੇਰਾ ਉਹਦੇ ਕੁਝ ਉਜਰ ਨਹੀਂ। ਮਤਲਬ ਕਹਿਣ ਦਾ ਮਤਲਬ ਕਿ ਅਸੀਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕਰਦੇ, ਭਾਵ ਕਿ ਜਿਨ੍ਹਾਂ ਨੂੰ ਤੁਸੀਂ ਸੋਚਦੇ ਸੀ ਕਿ ਸਾਡੇ ਬੱਚਿਆਂ ਨੂੰ ਫਲਾਣੇ ਨੇ ਦੁੱਖ ਦਿੱਤੇ, ਸਾਡੇ ਬੱਚਿਆਂ ਤੇ ਕਿਸੇ ਨੇ ਜਾਦੂ ਦੇ ਛੱਡ ਦਿੱਤਾ, ਸਾਡੇ ਬੱਚਿਆਂ ਨੂੰ ਕਿਸੇ ਨੇ ਮਾਰਿਆ ਜਾਂ ਕੁੱਟਿਆ, ਲੜਾਈ ਸਹੇੜੀ, ਕੁਝ ਵੀ ਹੋਇਆ, ਕਿਤੇ ਵੀ ਤੁਹਾਡੀ ਫੀਲ ਹੁੰਦਾ, ਸਾਡੇ ਬੱਚਿਆਂ ਨੂੰ ਜਾਂ ਸਾਨੂੰ ਕਿਸੇ ਨੇ ਗਾਲਾਂ ਕੱਢੀਆਂ, ਸਾਨੂੰ ਕਿਸੇ ਨੇ ਊਜਾਂ ਲਾਈਆਂ, ਸਾਨੂੰ ਕਿਸੇ ਨੇ ਬਹੁਤ ਬੁਰਾ ਭਲਾ ਕਿਹਾ, ਸਾਨੂੰ ਕਿਸੇ ਨੇ ਸਾਡੀ ਨਿੰਦਾ ਕੀਤੀ, ਤੁਹਾਡੀ ਨਿਗਾਹ ਦੇ ਵਿੱਚ ਕੋਈ ਵੀ ਇਦਾਂ ਦਾ ਲੱਗਦਾ ਹੈ ਨਾ, ਇਹ ਤੋਂ ਅਸੀਂ ਉਹਨੂੰ ਸਭ ਨੂੰ ਉਹਨਾਂ ਨੂੰ ਮਾਫ ਕਰਦੇ ਹਾਂ। ਪਹਿਲੀ ਸੋਚਣੀ ਵਿੱਚ ਇਦਾਂ ਲਿਆ ਕੇ ਅਸੀਂ ਉਹਨਾਂ ਸਾਰਿਆਂ ਨੂੰ ਜੋ ਵੀ ਜਿਨ੍ਹਾਂ ਨੇ ਸਾਨੂੰ ਸਾਡੀ ਜ਼ਿੰਦਗੀ 'ਚ, ਮੇਰੇ ਬੱਚਿਆਂ ਨੂੰ, ਮੇਰੇ ਪਤੀ ਨੂੰ ਜਾਂ ਮੇਰੀ ਪਤਨੀ ਨੂੰ ਜਾਂ ਮੈਨੂੰ ਦੁੱਖ ਦਿੱਤੇ, ਮੈਂ ਸਭ ਨੂੰ ਮਾਫ ਕਰਦੀ ਪਰਮੇਸ਼ਰ, ਸਭ ਨੂੰ ਮਾਫ ਕਰਦੇ ਹਾਂ ਅਸੀਂ। ਸਾਡਾ ਕੋਈ ਵੈਰੀ ਨਹੀਂ, ਸਾਡੀ ਕਿਸੇ ਨਾਲ ਲੜਾਈ ਨਹੀਂ, ਸਾਡੀ ਅੰਧਕੋਰ ਦੇ ਮਹਾਰਾਜਿਆਂ ਨਾਲ, ਅੰਧਕੋਰ ਦੀਆਂ ਹਕੂਮਤਾਂ ਨਾਲ ਤੇ ਅੰਧਕੋਰ ਦੀਆਂ ਜਿਹੜੀਆਂ ਭ੍ਰਿਸ਼ਟ ਆਤਮਾ ਉਹਨਾਂ ਦੇ ਨਾਲ ਲੜਾਈ ਆ, ਕਿਸੇ ਸਰੀਰ ਨਾਲ ਸਾਡੀ ਲੜਾਈ ਨਹੀਂ। ਹੇ ਪਿਤਾ, ਤੁਸੀਂ ਸਾਨੂੰ ਸਮਝਾ ਦਿੱਤਾ, ਇਸ ਕਰਕੇ ਮੈਂ ਸਾਰਿਆਂ ਨੂੰ ਅੱਜ ਮਾਫ ਕਰ ਦਿੱਤਾ। ਮੇਰਾ ਕੋਈ ਇਸ ਸੰਸਾਰ ਦੇ ਉੱਤੇ ਦੁਸ਼ਮਣ ਨਹੀਂ, ਵੈਰੀ ਨਹੀਂ ਰਿਹਾ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਮੈਂ ਸਭ ਨੂੰ ਮਾਫ ਕਰਦੀ ਹਾਂ, ਮੈਂ ਸਭ ਨੂੰ ਮਾਫ ਕਰਦਾ ਹਾਂ। ਹੇ ਪਰਮੇਸ਼ਰ, ਤੂੰ ਮੈਨੂੰ ਮਾਫ ਕੀਤਾ, ਮੈਂ ਸਭ ਨੂੰ ਮਾਫ ਕਰ ਦਿੱਤਾ। ਅੱਜ ਤੋਂ ਲਾ ਕੇ ਮੈਂ ਕਿਸੇ ਦੇ ਉੱਤੇ ਚਿੱਕੜ ਨਹੀਂ ਸਿੱਟੂੰਗਾ, ਕਿਸੇ ਦਾ ਨਾਂ ਨਹੀਂ ਯੂਜ਼ ਕਰੂੰਗਾ ਦਿਮਾਗ ਦੇ ਵਿੱਚ ਵੀ ਆਪਣੇ 'ਚ, ਮੈਨੂੰ ਉਹਨੇ ਦੁੱਖ ਦਿੱਤਾ ਸੀ, ਮੈਨੂੰ ਉਹਨੇ ਦੁੱਖ ਦਿੱਤਾ ਸੀ। ਉਹ ਤੈਨੂੰ ਹੁਣ ਆਪਾਂ ਇਹ ਡੂੰਘਾਈ ਦੀ ਗੱਲ ਸਮਝਣੀ ਹੈ, ਤੈਨੂੰ ਕਿਸੇ ਨੇ ਦੁੱਖ ਨਹੀਂ ਦਿੱਤਾ। ਉਹ ਤੇਰੇ ਕਰਮਾਂ ਦਾ ਕੋਈ ਧੀ ਬਣ ਕੇ ਆ ਗਿਆ ਜੰਮ ਪਿਆ, ਕੋਈ ਪੁੱਤ ਬਣ ਕੇ ਜੰਮ ਪਿਆ, ਕੋਈ ਕੁੜਮ ਬਣ ਕੇ ਆ ਗਿਆ, ਕੋਈ ਨੂੰਹ ਬਣ ਕੇ ਆ ਗਿਆ, ਕੋਈ ਸੱਸ ਬਣ ਕੇ ਆ ਗਿਆ, ਕੋਈ ਭਰਾ ਬਣ ਕੇ ਆ ਗਿਆ, ਕੋਈ ਭੈਣ ਬਣ ਕੇ ਆ ਗਿਆ, ਕੋਈ ਮਿੱਤਰ ਬਣ ਕੇ ਆ ਗਿਆ, ਕੋਈ ਦੋਸਤ ਬਣ ਕੇ ਆ ਗਿਆ, ਕੋਈ ਗੁਆਂਢੀ ਬਣ ਕੇ ਆ ਗਿਆ। ਉਹ ਤੇਰੇ ਹੀ ਕਰਮਾਂ ਕਰਕੇ ਹੋਇਆ ਜੋ ਕੁਛ ਹੋਇਆ, ਮੇਰੇ ਕਰਮਾਂ ਕਰਕੇ, ਤੁਹਾਡੇ ਕਰਮਾਂ ਕਰਕੇ। ਕਿਸੇ ਤੇ ਦੱਦਾ ਦੋਸ਼ ਨਾ ਦੀਜੇ ਕੋ, ਦੋਸ਼ ਕਰਮਾਂ ਆਪਣੇ ਕਰਮਾਂ ਤੇ ਦੋਸ਼ ਲਾਉਣਾ। ਕਿਸੇ ਤੇ ਦੋਸ਼ ਉਂਗਲੀ ਕਰੋਗੇ, ਪਰਮੇਸ਼ਰ ਕਹਿੰਦਾ ਉਸੇ ਵੇਲੇ ਆ 3 ਉਂਗਲਾਂ ਤੈਨੂੰ ਆਉਣਗੀਆਂ। ਜੇ ਤੂੰ ਆਪਣੇ ਆਪ ਨੂੰ ਕਰ ਉਂਗਲੀ ਕਿ ਤੇਰੇ ਹੀ ਕਰਮਾਂ ਕਰਕੇ ਉਹ ਸਾਰੇ ਸਰੀਰ ਆਏ ਬਣ ਕੇ, ਤੇਰੇ ਕਰਮਾਂ ਕਰਕੇ ਕੋਈ ਕੁੱਤਾ ਬਣ ਕੇ ਆ ਗਿਆ, ਤੈਨੂੰ ਵੱਢ ਗਿਆ ਹਲਕਾ ਕੁੱਤਾ, ਤੇਰੇ ਕਰਮਾਂ ਕਰਕੇ, ਤੇਰੇ ਕਰਮਾਂ ਕਰਕੇ। ਤੇਰੇ ਤੇ ਕੋਈ ਜਾਦੂ ਕਰ ਗਿਆ, ਤੇਰੇ ਕਰਮਾਂ ਕਰਕੇ। ਤੇਰੀਆਂ ਚੁਗਲੀਆਂ ਕੋਈ ਕਰਦਾ, ਤੇਰੇ ਹੀ ਕਰਮਾਂ ਕਰਕੇ। ਕਦੀ ਕਿਸੇ ਨੂੰ ਕੁਛ ਬੁਰਾ ਕਹਿ ਹੀ ਨਾ। ਜਿਹੜਾ ਤੈਨੂੰ ਦੁੱਖ ਦਿੰਦਾ ਉਹ ਤੈਨੂੰ ਕੋਈ ਦੁੱਖ ਨਹੀਂ ਦੇ ਸਕਦਾ। ਉਹ ਤੇਰੇ ਕਰਮ, ਜਿਹੜੇ ਬੱਜਰ ਕਰਮ ਆ ਨਾ, ਉਹ ਤੇਰੀ ਜ਼ਿੰਦਗੀ 'ਚ ਖਾਸ ਕਰਕੇ ਪੁੱਤ ਪੋਤੇ ਨੋਹਾਂ, ਤੇਰਾ ਕੋੜਮਾ, ਭੈਣ ਭਰਾ, ਮਾਂ ਪੇ, ਕੁੜਮਣੀਆਂ, ਰਿਸ਼ਤੇਦਾਰ, ਗੁਆਂਢੀ, ਇਹ ਬਣ ਕੇ ਆ ਜਾਣਗੇ। ਇੱਦਾਂ ਦੀਆਂ ਸ਼ਕਲਾਂ ਦਿਸਣਗੀਆਂ, ਫਲਾਨਾ ਆ ਉਹਨੇ ਕੀਤਾ, ਮੈਨੂੰ ਦਿਸਦਾ ਉਹਨੇ ਕੀਤਾ, ਓਏ ਹੋਏ ਉਹਨੇ ਕੀਤਾ, ਤੈਨੂੰ ਲੱਗਦਾ ਦਿਸਦਾ ਕੀਤਾ। ਉਹਦੀ ਸ਼ਕਲ ਦੇ ਵਿੱਚ ਦੀ ਕੋਈ ਹੋਰ ਤੇਰਾ ਪਾਪ ਆ ਜਿਹੜਾ ਉਹਦੇ ਵਿੱਚ ਦੀ ਉਗੜ ਕੇ ਔਰ ਤੈਨੂੰ ਸਮਝ ਨਹੀਂ ਲੱਗਣ ਦਿੰਦਾ, ਤੇ ਇਸ ਕਰਕੇ ਤੈਨੂੰ ਉਸ ਚਿੱਕੜ 'ਚ ਫਸਾ ਲਿਆ ਜਿੱਥੋਂ ਤੂੰ ਕੋਈ ਨਿਕਲ ਨਾ ਸਕੇ। ਤੂੰ ਦੁਸ਼ਮਣੀ ਛੱਡ ਦੇ, ਬਰੀ ਹੋ ਜਾ ਅੱਜ ਤੋਂ ਲਾ ਕੇ। ਅੱਜ ਡੂੰਗੀ ਗੱਲ ਜਿਹੜੀ ਸੀ, ਉਦਣ ਬਹੁਤ ਹੀ ਡੂੰਗੀ ਗੱਲ ਰਹਿ ਗਈ ਸੀ, ਕਿਉਂਕਿ ਸ਼ੈਤਾਨ ਆਪਣਾ ਕੰਮ ਕਿਤੇ ਨਾ ਕਿਤੇ ਬਹੁਤ ਜ਼ਬਰਦਸਤ ਫਿਰ ਵੀ ਕਰੀ ਜਾਂਦਾ। ਉਦਣ ਰਹਿ ਗਈ ਸੀ ਤੇ ਪਰਮੇਸ਼ਰ ਨੇ ਮੈਨੂੰ ਕਿਹਾ ਆਹ ਗੱਲ ਤਾਂ ਬੜੀ ਜ਼ਰੂਰੀ ਸੀ। ਮੈਂ ਕਿਹਾ ਪਾਪਾ ਵੈਰੀ ਸੌਰੀ ਹਾਂ। ਜਦੋਂ ਹੁਣ ਆਪਾਂ ਸ਼ੁਰੂ ਕਰਾਂਗੇ ਇਹਦਾ ਬਹੁਤ ਵੇਰਵਾ ਪਰਮੇਸ਼ਰ ਜੀ ਤੁਸੀਂ ਕਰਨਾ ਆ। ਹੁਣ ਸਾਨੂੰ ਸਰਾਫਾਂ ਤੋਂ ਪਰਮੇਸ਼ਰ ਨੇ ਤਾਂ ਛੁਟਕਾਰਾ ਦੇ ਦਿੱਤਾ, ਪਰ ਅਸੀਂ ਆਪਣਾ ਛੁਟਕਾਰਾ ਵੀ ਲੈਣਾ ਕਿ ਨਹੀਂ ਲੈਣਾ, ਜਿਹੜਾ ਅਸੀਂ ਦੂਜਿਆਂ ਉੱਤੇ ਹਾਵੀ ਹੋਏ ਫਿਰਦੇ ਹਾਂ। ਮੈਨੂੰ ਉਹਨੇ ਦੁੱਖ ਦਿੱਤਾ, ਮੇਰੇ ਬੱਚਿਆਂ ਦਾ ਬੇੜਾ ਫਲਾਨੇ ਨੇ ਬਿਠਾ ਦਿੱਤਾ, ਮੈਂ ਇਹ ਹੋ ਗਿਆ, ਜਿਉਂ ਹੋ ਗਿਆ, ਫਲਾਨਾ ਮੇਰੇ ਬੱਚੇ ਨੂੰ ਸ਼ਰਾਬ ਪਿਲਾ ਗਿਆ, ਮੇਰੇ ਬੱਚੇ ਤਾਂ ਸ਼ਰਾਬ ਪੀਣ ਲੱਗੇ, ਮੇਰਾ ਪਤੀ ਤਾਂ ਫਲਾਨਿਆਂ ਦੇ ਵਿੱਚ ਬੈਠਣ ਲੱਗਾ, ਉਹਨਾਂ ਦੀ ਮੰਡਲੀ ਦਾ ਬੇੜਾ ਗਰਕ ਹੋ ਜਾਏ, ਇਹ ਜਿਹੀਆਂ ਗੱਲਾਂ ਬੋਲਣੀਆਂ ਛੱਡ ਦੇ। ਤੇਰੇ ਕਰਮਾਂ ਨਾਲ ਉਹਨੂੰ ਮਾੜੀ ਸੰਗਤ। ਜਦੋਂ ਤੂੰ ਬੰਦਾ ਬਦਲ ਗਿਆ ਨਾ, ਜਦੋਂ ਤੂੰ ਬਣ ਗਿਆ ਬੰਦਾ, ਉਹ ਜਦੋਂ ਅਸੀਂ ਬੰਦੇ ਬਣ ਗਏ, ਸਾਡੇ ਕਰਮ ਜਿਹੜੇ ਧੋਤੇ ਪਰਮੇਸ਼ਰ ਨੇ ਸਾਫ਼ ਕਰ ਦਿੱਤੇ ਨਾ, ਮਾਫ਼ ਕਰ ਦਿੱਤੇ, ਤੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਵਿੱਚ ਚੰਗੇ ਦੋਸਤ ਆ ਜਾਣਗੇ, ਤੁਹਾਡੀ ਜ਼ਿੰਦਗੀ ਵਿੱਚ ਚੰਗੇ ਰਿਸ਼ਤੇਦਾਰ ਆ ਜਾਣਗੇ, ਤੁਹਾਡੀ ਜ਼ਿੰਦਗੀ ਵਿੱਚ ਚੰਗੇ ਨੂੰਹਾਂ ਪੁੱਤ ਹੋ ਜਾਣਗੇ। ਉਹੀ
ਤੁਹਾਡੀ ਜ਼ਿੰਦਗੀ ਵਿੱਚ ਪਤੀ ਪਤਨੀ ਦਾ ਇੱਕ ਦੂਜੇ ਨਾਲ ਉਸੇ ਦਾ ਜਿਹੜੀ ਨਿੱਤ ਲੜਾਈ ਸੀ, ਹੁਣ ਇੰਨਾ ਪਿਆਰ ਇੱਕ ਦੂਜੇ ਤੋਂ ਬਗੈਰ ਗੱਲ ਨਹੀਂ ਕਰਦੇ। ਐਦਾਂ ਹੋਊਗਾ, ਇਹ ਸੱਚਾਈ ਆ। ਪਰ ਤੁਸੀਂ ਬਦਲਣਾ ਆ। ਜੋ ਪਰਮੇਸ਼ਰ ਦੇ ਬਚਨ ਕਹੇ ਗਏ ਉਹਨਾਂ ਤੇ ਚੱਲਣਾ ਆ। ਇਹਨਾਂ ਉੱਤੇ ਫਾਟਕ ਜਿਹੜੇ ਤੁਹਾਡੇ ਖੁੱਲੇ ਆ ਨਾ, ਚੱਪ 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 ਕਰਦੇ ਆ। ਅੱਖਾਂ ਬੁਰਾ ਦੇਖਦੀਆਂ ਆ, ਕੰਨ ਬੁਰਾ ਸੁਣਦੇ ਆ, ਜੀਭ ਬੁਰਾ ਬੋਲਦੀ ਆ, ਨਾਸਕਾ ਬੁਰਾ ਸੁੰਘ ਸੁੰਘ ਮਜ਼ੇ ਲੈਂਦੀਆਂ ਆ, ਗਲਤ ਇੰਦਰੇ ਬੁਰੇ ਕੰਮ ਕਰਦੇ ਆ। ਬੰਦੇ ਬਣ ਜਾਓ, ਇਹਨਾਂ ਤੋਂ ਬੰਦੇ ਬਣ ਜਾਓ। ਜਦੋਂ ਬਣ ਗਏ ਬੰਦੇ, ਪਹਿਲਾਂ ਤਾਂ ਸੁਖੀ ਹੋ ਜਾਵਾਂਗੇ ਆਪ ਹੀ। ਕਦੀ ਹੋ ਸਕਦਾ ਕਿ ਸੁਖੀ ਨਾ ਹੋ ਇਹ ਕੰਮ ਕਰਕੇ। ਹਾਏ ਹਾਏ ਹਾਏ, ਇੰਨਾ ਸੁੱਖ, ਇੰਨਾ ਆਨੰਦ ਪ੍ਰਭੂ ਦੀ ਗੋਦ 'ਚ ਜਾ ਵੜਾਂਗੇ ਜਦੋਂ ਇਹ ਕੰਮ ਕਰ ਲੈ। ਇੱਕ ਤਾਂ ਕੋਈ ਦੁਸ਼ਮਣ ਨਹੀਂ ਦਿਮਾਗ 'ਚ ਰਿਹਾ। ਜਿਹੜਾ ਸਾਡੇ ਘਰ ਆਵੇ ਉਹਨੂੰ ਇੰਨੀ ਜੀ ਆਇਆ ਕਿਉਂਕਿ ਦੁਸ਼ਮਣ ਨਹੀਂ ਗਾ। ਅੱਗੇ ਕੋਈ ਘਰ ਆਉਂਦਾ ਨਾ, ਉਹ ਵੀ ਲੋਕ ਇਲਾਜ ਕਰਨ ਲਈ ਕਈ ਵਾਰੀ ਵਿਆਹਾਂ ਸ਼ਾਦੀਆਂ 'ਤੇ ਸੱਦਣੇ ਪੈਂਦੇ ਨੇ ਰਿਸ਼ਤੇਦਾਰ ਸਾਨੂੰ। ਅਸੀਂ ਕਹਿੰਦੇ ਸੱਦਣੇ ਤਾਂ ਪੈਣੇ ਹੀ ਆ, ਹੈ ਨਾ। ਆਮ ਲੋਕਾਂ ਨੇ ਕਹਾਵਤਾਂ ਬਣਾਈਆਂ ਆ। ਮੈਨੂੰ ਪੰਜਾਬੀ ਕਹਾਵਤ ਮੇਰੇ ਦਿਮਾਗ ਦੇ ਵਿੱਚ ਬੋਲਣ ਲਈ, ਸਰੀਕੇ ਦਾ ਦਾਣਾ ਤੇ ਸਿਰ ਦੁਖਦੇ ਵੀ ਖਾਣਾ, ਸਮਥਿੰਗ ਲਾਈਕ ਦੈਟ। ਖਾਣਾ ਪੈਣਾ ਆ, ਜਾਣਾ ਤਾਂ ਪੈਣਾ ਹੀ ਆ। ਉਹਨਾਂ ਸੱਦਿਆ ਆ, ਦਿਲ ਤਾਂ ਕਰਦਾ ਨਹੀਂ ਜਾਣ ਨੂੰ। ਤੇ ਉਹਨਾਂ ਦਾ ਵੀ ਕੀ ਹੁੰਦਾ, ਸੱਦਣੇ ਤਾਂ ਪੈਣੇ ਹੀ ਆ, ਦਿਲ ਤਾਂ ਕਰਦਾ ਨਹੀਂ ਸੱਦਣ ਨੂੰ। ਕੀ ਕੀਤਾ ਜਾਵੇ, ਸੱਦਣੇ ਤੇ ਪੈਣੇ ਹੀ ਆ। ਆਹ ਹਾਲ ਆ ਸਾਡਾ, ਹਟ ਜਾਓ ਦੋਗਲੀਏ ਜ਼ਬਾਨੇ, ਹਟ ਜਾ ਦੋਗਲਿਆ ਮਨਾ, ਦੋਗਲਾਪਨ ਨਾ ਕਰ। ਓਏ ਤੂੰ ਮਿੱਟੀ ਦਾ ਖਿਡੌਣਾ, ਓਏ ਤੂੰ ਮਿਟ ਜਾਣਾ, ਤੂੰ ਮੁੜ ਕੇ ਨਹੀਂ ਆਉਣਾ ਕਦੀ ਵੀ ਨਾ। ਤੇਰੇ ਵੱਡੇ ਵਡੇਰੇ ਆਏ ਨਾ ਤੂੰ ਆਉਣਾ। ਓਏ ਜੋਦਾ ਵੀਰ ਸੀ ਖੁਦੀ ਹੰਕਾਰ ਵਾਲਾ, ਤੇ ਲੰਕਾ ਸੋਨੇ ਦੀ ਛੱਡ ਗਿਆ ਰੌਣ ਬੀਬਾ। ਹੋਏ ਮਾਰੇ ਕਾਲ ਦੇ ਛੱਡ ਗਏ ਰਾਜਧਾਨੀ, ਤੇ ਇੰਦਰ ਜਿਨ੍ਹਾਂ ਦੇ ਬਾਗ ਲਵਾਉਣ ਬੀਬਾ। ਸੋ ਪੀਏਸ ਜਾਨ ਤੋਂ ਕੂਚ ਕਰ ਗਏ, ਓਏ ਪੱਖਾ ਜਿਨ੍ਹਾਂ ਨੂੰ ਚੱਲਦੀ ਪਾਉਣ ਬੀਬਾ। ਓਏ ਜਦੋਂ ਤੂੰ ਤੁਰਿਆ, ਭਾਵੇਂ ਤੂੰ ਕਰੋੜਾਂ ਪਤੀਆਂ, ਮੰਜੇ ਸੀੜੀ ਤੇ ਕਰਨ ਸਵਾਰ, ਤੈਨੂੰ ਤੇ ਚੱਕ ਲੈਣਗੇ ਚਾਰ ਕਹਾਰ, ਤੈਨੂੰ ਤੇ ਸੁੱਟ ਆਉਣਗੇ ਚੱਕ ਕੇ ਬਾਹਰ ਤੈਨੂੰ। ਓਏ ਚੁੱਕ ਕੇ ਬਾਹਰ ਤੈਨੂੰ ਕਹਿਣਗੇ ਕਾਢੋ ਹੋਈ, ਕਾਢੋ ਛੇਤੀ, ਕੱਢੋ ਰੋਟੀ ਖਾਣੀ ਆ। ਓਏ ਛੇਤੀ ਲਾਂਬੂ ਲਾਓ, ਛੇਤੀ ਭਰ ਮਿੱਟੀ ਦੇ ਮੁੱਠ ਉੱਤੇ ਬੁੱਕ ਪਾਓ। ਹਾਏ ਰੱਬਾ, ਓਏ ਅਸੀਂ ਉਹਦੇ ਬਦਲੇ ਵੈਰ ਸੇੜੇ ਐ ਸੰਸਾਰ ਦੇ ਵਿੱਚ, ਹੈਂ, ਜਿੱਥੇ ਕਦੀ ਵੀ ਮੁੜ ਕੇ ਨਹੀਂ ਆਉਣਾ, ਜਿੱਥੇ ਕਦੀ ਵੀ ਅਸੀਂ ਕਿਸੇ ਨੂੰ ਨਹੀਂ ਦੇਖਣਾ। ਇੱਕ ਪਰਮੇਸ਼ਰ ਨੂੰ ਅਸੀਂ ਦੇਖਣਾ ਆ। ਅਸੀਂ ਪਰਮੇਸ਼ਰ ਦੇ ਬੱਚੇ ਆ। ਅਸੀਂ ਪਰਮੇਸ਼ਰ ਦੇ ਘਰ ਨੂੰ ਜਾਣ ਦੀ ਤਿਆਰੀ ਕਰਨ ਦੇ ਲਈ ਆਏ ਆ। ਅਸੀਂ ਇਸ ਸੰਸਾਰ ਸਾਗਰ ਦੇ ਵਿੱਚ, ਸਕੂਲ ਦੇ ਵਿੱਚ ਪੜ੍ਹਨ ਦੇ ਲਈ ਆਏ ਆ। ਅਸੀਂ ਇਸ ਸੰਸਾਰ ਸਕੂਲ ਦੇ ਵਿੱਚ ਚੰਗੇ ਨੰਬਰ ਲੈਣ ਲਈ, ਪਰਮੇਸ਼ਰ ਨੂੰ ਖੁਸ਼ ਕਰਨ ਦੇ ਲਈ ਆਏ ਆ। ਅਸੀਂ ਉਹ ਗੱਲਾਂ ਕਰੀਏ ਜਿਹਦੇ ਨਾਲ ਦੂਜਿਆਂ ਨੂੰ ਸੁੱਖ ਮਿਲ ਸਕੇ, ਜਿਹਦੇ ਨਾਲ ਦੂਜਿਆਂ ਨੂੰ ਸ਼ਾਂਤੀ ਮਿਲ ਸਕੇ, ਜਿਹਦੇ ਨਾਲ ਦੂਜਿਆਂ ਦੇ ਕਪਾਟ ਖੁੱਲ ਜਾਣ, ਜਿਹਨਾਂ ਦੇ ਦੂਜਿਆਂ ਦੇ ਕੰਨ ਖੁੱਲ ਜਾਣ, ਦੂਜਿਆਂ ਦੀਆਂ ਅੱਖਾਂ ਖੁੱਲ ਜਾਣ, ਜ਼ੁਬਾਨ ਝੂਠ ਬੋਲਣ ਤੋਂ, ਕਪਟ ਬੋਲਣ ਤੋਂ ਹਟ ਜਾਵੇ। ਹਾਲੇਲੂਇਆ, ਹਾਲੇਲੂਇਆ। ਹੋ ਪਰਮੇਸ਼ਰ ਤੈਨੂੰ ਅੰਦਰ ਦੇਖੇ, ਤੈਨੂੰ ਬਾਹਰ ਦੇਖੇ, ਦੂਜਿਆਂ ਵਿੱਚ ਦੀ, ਕਿ ਮੇਰਾ ਕੋਈ ਵੈਰੀ ਨਹੀਂ। ਅੰਦਰ ਦੇਖੇ ਤੇ ਵੈਰੀ ਹੈਗਾ ਇੱਕੋ ਹੀ, ਜਿਹੜਾ ਸਾਡੇ ਅੰਦਰ ਗਲਤ ਖਿਆਲ ਪਾਉਂਦਾ ਆ, ਗਲਤ ਸਾਨੂੰ ਅਕਲ ਦਿੰਦਾ ਆ, ਜਿਹੜਾ ਸਾਨੂੰ ਗਲਤ ਮੱਤ ਦਿੰਦਾ ਆ। ਆਪਣੇ ਕਹਿੰਦਾ ਘਰ ਵਿੱਚ ਜਾ ਲੜਾਈ ਪਾ, ਕਦੀ ਨੂੰਹ ਨੂੰ ਚੁੱਕਦਾ ਤੇ ਕਦੀ ਸੱਸ ਨੂੰ ਚੁੱਕਦਾ, ਕਦੀ ਪੇ ਨੂੰ ਚੁੱਕਦਾ ਤੇ ਕਦੀ ਪੁੱਤ ਨੂੰ ਚੁੱਕਦਾ, ਕਦੀ ਗੁਆਂਢੀ ਨੂੰ ਚੁੱਕਦਾ ਤੇ ਕਦੀ ਰਿਸ਼ਤੇਦਾਰ ਨੂੰ ਚੁੱਕਦਾ, ਕਦੀ ਭੈਣ ਨੂੰ ਚੁੱਕਦਾ ਤੇ ਕਦੀ ਭਰਾ ਨੂੰ ਚੁੱਕਦਾ। ਕਿ ਇੱਕ ਦੀਆਂ 18 ਸੁਣਾਈ, ਝੂਠਾ ਨਾ ਹੋਈ। ਪਰਮੇਸ਼ਰ ਕਹਿੰਦਾ ਭਾਵੇਂ ਕੋਈ ਥੱਪੜ ਮਾਰੇ, ਦੂਜੀ ਗੱਲ ਵੀ ਅੱਗੇ ਕਰਦੀ, ਉਹਦੀ ਪ੍ਰਾਰਥਨਾ ਕਰੀ। ਉਹ ਨਹੀਂ ਤੈਨੂੰ ਕੁਝ ਕਹਿੰਦਾ। ਸ਼ੈਤਾਨ ਤੈਨੂੰ ਤੰਗ ਕਰਨ ਦੇ ਲਈ, ਤੈਨੂੰ ਪਰਮੇਸ਼ਰ ਨਾਲੋਂ ਤੋੜਨ ਲਈ, ਤੈਨੂੰ ਤਾਨੇ ਕਿਸੇ ਗੱਲ ਦੇ ਮਾਰਦਾ ਆ ਉਹ। ਤੇ ਤੂੰ ਜੇ ਸੱਚਾ ਆ ਨਾ, ਤੇ ਉਹ ਇੱਕ ਦਿਨ ਮਾਫੀ ਮੰਗ ਲੂਗਾ, ਜ਼ਰੂਰ ਮੰਗੂਗਾ, ਜੇ ਤੂੰ ਸੱਚਾ ਆ। ਭਾਵੇਂ ਦਿਨ ਲੱਗ ਜਾਣ, ਪਰਮੇਸ਼ਰ ਕਹਿੰਦਾ ਭਾਵੇਂ ਥੋੜੇ ਦਿਨ ਲੱਗ ਜਾਣ। ਜਿਸ ਤਰ੍ਹਾਂ ਬਚਨ ਦੇ ਵਿੱਚ ਲਿਖਿਆ ਨਾ ਕਿ ਇੱਕ ਬਾਈਬਲ ਦੇ ਵਿੱਚ ਸਟੋਰੀ ਆ
ਕਿ ਕੋਈ ਵਿਧਵਾ ਔਰਤ ਸੀ ਤੇ ਉਹ ਹਾਕਮ ਨੂੰ ਰੋਜ਼ ਕਹਿੰਦੀ ਸੀ ਮੇਰੇ ਵੈਰੀਆਂ ਤੋਂ ਮੇਰਾ ਬਦਲਾ ਲੈ ਦੇ, ਮੇਰੇ ਵੈਰੀਆਂ ਤੋਂ ਮੇਰਾ ਬਦਲਾ ਲੈ ਦੇ। ਉਹ ਨਾ ਹਾਕਮ ਬੰਦੇ ਦੀ ਨਾ ਕਿਸੇ ਰੱਬ ਦੀ ਗੱਲ ਕਦੀ ਸੁਣਦਾ ਨਹੀਂ ਸੀ। ਇੱਕ ਦਿਨ ਪਰਮੇਸ਼ਰ ਕਹਿੰਦਾ ਉਹਨੇ ਅੱਕ ਕੇ ਬਦਲਾ ਲੈ ਦਿੱਤਾ ਕਿ ਇਹ ਮੈਨੂੰ ਰੋਜ਼ ਜਨਾਨੀ ਜਿੱਚ ਕਰਦੀ ਆ ਵਿਧਵਾ ਔਰਤ, ਚਲੋ ਇਹਦਾ ਬਦਲਾ ਲੈ ਹੀ ਦਿੰਨਾ। ਤੇ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਬਦਲੇ ਨਾ ਲਾਉਂਗਾ, ਤੈਨੂੰ ਕੀ ਲੋੜ ਹੈ ਬਦਲਾ ਲੈਣ ਦੀ? ਆ ਦੇਖ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਬਦਲੇ ਨਹੀਂ ਲਾਉਂਗਾ, ਮੈਂ ਤੁਹਾਡੇ ਵੈਰੀਆਂ ਦੇ ਮੂੰਹ ਦੇ ਵਿੱਚ ਮਾਸ ਉਹਨਾਂ ਦਾ ਹੀ ਦਊਂਗਾ, ਮੈਂ ਤੁਹਾਡੇ ਵੈਰੀਆਂ ਦੇ ਮੂੰਹ ਦੇ ਵਿੱਚ ਦੰਦ ਉਹਨਾਂ ਦੇ ਹੀ ਭੰਨ ਦਊਂਗਾ। ਤੁਹਾਨੂੰ ਕੀ ਫਿਕਰ ਪਿਆ ਆ? ਤੁਹਾਨੂੰ ਤੁਸੀਂ ਕਿਉਂ ਦੇਖਣਾ ਚਾਹੁੰਦੇ ਆ ਕਿ ਉਹ ਮਰੇ ਤੇ ਉਹ ਮਰੇ ਤੇ ਉਹ ਜਿੰਦਾ ਹੋਵੇ? ਤੁਹਾਨੂੰ ਕੀ ਫਿਕਰ ਪਿਆ ਇਹਨਾਂ ਗੱਲਾਂ ਦਾ ਜਿਹੜੀ ਪਰਮੇਸ਼ਰ ਨੇ ਲਿਖੀ ਆ? ਤੁਹਾਨੂੰ ਕੀ ਇਹਨਾਂ ਦੇ ਵਿੱਚ ਆਪਣੀ ਇੱਕ ਕਿਣਕਾ ਸਿੱਟਣ ਦੀ ਜ਼ਰੂਰਤ ਪਈ ਆ? ਤੁਸੀਂ ਹਰ ਇੱਕ ਦਾ ਭਲਾ ਮੰਗੋ, ਹਰ ਇੱਕ ਨੂੰ ਨਰਕਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰੋ। ਕਿਸੇ ਕਹਾਣੀ ਵਿੱਚ ਲਿਖਿਆ ਕਿ ਇੱਕ ਬਿੱਛੂ ਸੀ, ਉਹ ਡੰਗ ਮਾਰਦਾ ਸੀ, ਰੁੜਿਆ ਜਾਂਦਾ ਸੀ ਪਾਣੀ 'ਚ। ਕੋਈ ਮਹਾਂਪੁਰਸ਼ ਆਏ ਤੇ ਉਹ ਬਿੱਛੂ ਨੂੰ ਕੱਢਣ ਲੱਗ ਪਿਆ। ਇੱਕ ਪਿੱਛੋਂ ਰਾਹੀ ਆਉਂਦਾ, ਉਹ ਕਹਿੰਦਾ ਮਹਾਂਪੁਰਸ਼ੋ ਕਿਉਂ ਤੁਸੀਂ ਬਿੱਛੂ ਨੂੰ ਕੱਢਦੇ ਹੋ? ਡੰਗ ਮਾਰਦਾ ਤੁਸੀਂ ਕੱਢਦੇ ਆ, ਉਹ ਡੰਗ ਮਾਰਦਾ ਤੁਸੀਂ ਕੱਢਦੇ ਆ। ਉਹ ਕਹਿੰਦਾ ਭਲਿਆ ਲੋਕਾ, ਉਹਦਾ ਸੁਭਾਅ ਡੰਗ ਮਾਰਨਾ ਤੇ ਮੇਰਾ ਸੁਭਾਅ ਪਰਉਪਕਾਰ ਕਰਨਾ। ਉਹ ਆਪਣਾ ਸੁਭਾਅ ਨਹੀਂ ਛੱਡਦਾ ਤੇ ਮੈਂ ਆਪਣਾ ਸੁਭਾਅ ਕਿਉਂ ਛੱਡਾਂ? ਸਾਡਾ ਸੁਭਾਅ ਇਹ ਹੋਣਾ ਚਾਹੀਦਾ ਕਿ ਅਸੀਂ ਹਰ ਇੱਕ ਦਾ ਭਲਾ ਮੰਗਣਾ ਆ, ਹਰ ਇੱਕ ਦਾ ਭਲਾ, ਹਰ ਇੱਕ ਦੀ ਅਰਦਾਸ ਅਸੀਂ ਸੁਖੀ ਹੋ ਜਾਵਾਂਗੇ। ਜਦੋਂ ਅਸੀਂ ਇਹ ਪ੍ਰਾਰਥਨਾ ਕਰਨੀ ਆ ਕਿ ਅਸੀਂ ਸਰਬੱਤ ਦਾ ਭਲਾ ਮੰਗਦੇ ਆ, ਸਾਨੂੰ ਕਿਸੇ ਨੇ ਦੁੱਖ ਨਹੀਂ ਦਿੱਤਾ, ਪਰਮੇਸ਼ਰ ਸਾਡੇ ਕਰਮਾਂ ਨੇ ਜਨਮ ਲਏ ਆ ਤੇ ਸਾਡੇ ਰਿਸ਼ਤੇਦਾਰ ਬਣ ਕੇ ਜਾਂ ਮਿੱਤਰ ਦੋਸਤ ਬਣ ਕੇ ਜਾਂ ਧੀਆਂ ਪੁੱਤ ਬਣ ਕੇ ਕੁਛ ਵੀ ਬਣ ਕੇ, ਤਾਂ ਇਹ ਪਰਮੇਸ਼ਰ ਦਇਆ ਕਰ ਸਾਡੇ ਉੱਤੇ ਵੀ ਉਹਨਾਂ ਉੱਤੇ ਵੀ। ਅਸੀਂ ਸਾਰੀਆਂ ਭੁੱਲਾਂ ਮਾਫ ਕਰ ਦਿੱਤੀਆਂ। ਸਾਡੀ ਨਿਗਾਹ ਵਿੱਚ ਹੁਣ ਸਾਡਾ ਦੁਸ਼ਮਣ ਕੋਈ ਨਹੀਂ ਆ। ਇਸੇ ਤੱਕ ਖੱਬਾ ਹੱਥ ਸੀ ਤੇ ਉਸ ਤੋਂ ਬਾਅਦ ਧੰਨਵਾਦ ਦੀ ਭੇਟ ਚੜਾਉਣੀ ਆ। ਤੁਹਾਨੂੰ ਉਦੋਂ ਵੀ ਦੱਸਿਆ ਘੱਟ ਤੋਂ ਘੱਟ 5-7 ਮਿੰਟ, ਤਾਂ 10 ਮਿੰਟ, ਜੇ ਦਿਲ ਕਰੇ ਬੇਸ਼ੱਕ 15 ਮਿੰਟ ਚੜਾਈ ਜਾਓ ਧੰਨਵਾਦ ਦੀ ਭੇਟ। ਕਿਰਪਾਲੂ ਤੇ ਦਿਆਲੂ ਪਿਤਾ ਤੇਰਾ ਧੰਨਵਾਦ, ਅਲਫਾ ਤੇ ਮੇਗਾ ਤੇਰਾ ਧੰਨਵਾਦ। ਹੇ ਪਰਮੇਸ਼ਰ ਤੂੰ ਆਦ ਤੇ ਤੂੰ ਅੰਤ ਆ, ਤੇਰਾ ਧੰਨਵਾਦ। ਹੇ ਪਰਮੇਸ਼ਰ ਤੂੰ ਮੇਰੇ ਮੂੰਹ ਵਿੱਚ ਬਚਨ ਪਾਏ, ਤੇਰਾ ਧੰਨਵਾਦ। ਧੰਨਵਾਦ ਕਰੀ ਜਾਓ। ਉਸ ਤੋਂ ਬਾਅਦ ਵਿੱਚ ਫਿਰ ਤੁਸੀਂ ਸੱਜਾ ਹੱਥ ਚੁੱਕ ਲਓ। ਅੱਜ ਚੰਗੀ ਤਰ੍ਹਾਂ ਇਹ ਗੱਲ ਕਲੀਅਰ ਹੋ ਗਈ ਆ, ਕਲੀਅਰ ਹੋ ਗਈ। ਕਦੀ ਹੋ ਨਹੀਂ ਸਕਦਾ ਕਿ ਤੁਸੀਂ ਆਪਣੇ ਸਰਾਫਾਂ ਤੋਂ ਨਾ ਛੁੱਟੋ, ਕਦੀ ਹੋ ਨਹੀਂ ਸਕਦਾ, ਇਹ ਗੱਲ ਹੋ ਹੀ ਨਹੀਂ ਸਕਦੀ। ਇਹ ਪਰਮੇਸ਼ਰ ਦੀ ਬਚਨ ਕਹਿੰਦੇ ਆ। ਤਾਂ ਜਦੋਂ ਤੁਸੀਂ ਹੁਣ ਹੱਥ ਸੱਜਾ ਚੁੱਕ ਲਓ ਤੇ ਤੁਸੀਂ ਹੁਣ ਬੋਲੋ ਕਿ ਪ੍ਰਭੂ ਦੇ ਨਾਲ ਫਿਰ ਚਰਨਾਂ ਵਿੱਚ ਧੰਨਵਾਦ, ਧੰਨਵਾਦ ਪਿਤਾ ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, 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 ਧੰਨਵਾਦ। ਤੇ ਹੁਣ ਤੁਸੀਂ ਧੰਨਵਾਦ ਕਰਦੇ ਹੋਏ ਸੱਜਾ ਹੱਥ ਚੁੱਕ ਲਓ ਤੇ ਹੁਣ ਕਹੋ ਕਿ ਹੇ ਪ੍ਰਭੂ ਤੁਸੀਂ ਕਰੂਸ ਦੇ ਉੱਤੇ ਚੜ੍ਹ ਕੇ, ਹੇ ਯਿਸੂ ਨਾਸਰੀ ਬਲੀਦਾਨ ਆਪਣਾ ਦੇ ਕੇ, ਕਰੂਸ ਤੇ ਚੜ੍ਹ ਕੇ ਆਪਣਾ ਬਲੀਦਾਨ ਦੇ ਕੇ, ਤੂੰ ਸਾਡੇ ਵਾਸਤੇ ਕਰੂਸ ਤੇ ਚੜ੍ਹ ਕੇ ਅਸੀਂ ਬਲੀਦਾਨ, ਪਰਮੇਸ਼ਰ ਯਿਸੂ ਮਸੀਹ ਦੇ ਬਲੀਦਾਨ ਦੇਣ ਦੇ ਨਾਲ, ਯਿਸੂ ਮਸੀਹ ਦੇ ਕਰੂਸ ਤੇ ਚੜ੍ਹ ਕੇ, ਕਲਵਰੀ ਕਰੂਸ ਤੇ ਚੜ੍ਹ ਕੇ ਬਲੀਦਾਨ ਦੇਣ ਦੇ ਮਾਧਿਅਮ ਦੇ ਨਾਲ ਅਸੀਂ ਸਾਰੇ ਸਰਾਪਾਂ ਦੀ ਅਧੀਨਤਾ ਦੇ ਵਿੱਚੋਂ ਬਾਹਰ ਆ ਗਏ ਹਾਂ। ਸਾਰੇ ਆਪਣੇ ਬੱਚਿਆਂ ਦੇ ਹੁਣ ਬੇਸ਼ੱਕ ਫੇ ਨਾ ਲਓ, ਆਪਣੇ ਪਤੀ ਜਾਂ ਪਤਨੀ ਜੋ ਵੀ ਹੈਗੇ ਨਾ ਲਓ, ਤੇ ਲੈ ਕੇ ਕਹੋ ਅਸੀਂ ਸਾਰੇ ਸਰਾਫਾਂ ਦੀ ਅਧੀਨਤਾ ਦੇ ਵਿੱਚੋਂ ਬਾਹਰ ਆ ਗਏ ਹਾਂ। ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਦੇਣ ਦੇ, ਕਰੂਸ ਤੇ ਚੜ੍ਹ ਕੇ ਬਲੀਦਾਨ ਦੇਣ ਦੇ ਮਾਧਿਅਮ ਦੇ ਨਾਲ ਸਾਰੇ ਸਰਾਫਾਂ ਦੀ ਅਧੀਨਤਾ ਦੇ ਵਿੱਚੋਂ ਬਾਹਰ ਆ ਗਏ ਹਾਂ ਔਰ ਐਬਰਾਹਿਮ ਦੀ ਅਸ਼ੀਰਵਾਦ ਦੇ ਅਧੀਨ ਆ ਗਏ ਹਾਂ। ਐਬਰਾਹਿਮ ਦੀ ਅਸ਼ੀਰਵਾਦ ਦੇ ਅਧੀਨ ਆ ਗਏ ਹਾਂ, ਜਿਹਨੂੰ ਪਰਮੇਸ਼ਰ ਨੇ ਸਾਰੀਆਂ ਹੀ ਬਰਕਤਾਂ ਲਈ ਧੰਨ ਕੀਤਾ, ਸਾਰੀਆਂ ਹੀ ਬਰਕਤਾਂ ਆਪਣੀ ਦਰਗਾਹ ਦੇ ਵਿੱਚੋਂ ਦੇ ਦਿੱਤੀਆਂ। ਤੇ ਜਿਹੜੀਆਂ ਸਾਰੀਆਂ ਬਰਕਤਾਂ ਐਬਰਾਹਿਮ ਵਾਲੀਆਂ ਅੱਜ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਕਿ ਸਾਡੇ ਉੱਤੇ ਆ ਗਈਆਂ। ਹਾਲੇਲੂਇਆ। ਐਬਰਾਹਿਮ ਵਾਲੀਆਂ ਜਿਹੜਾ ਕੂਚ ਦੇ ਵਿੱਚ ਲਿਖਿਆ, ਕੂਚ ਨਹੀਂ, ਉਤਪਨ 12:3 ਵਿੱਚ। ਹੁਣ ਆਪਾਂ ਇਸ ਬਚਨ ਨੂੰ ਪੜਾਂਗੇ, ਇਸ ਬਚਨ ਨੂੰ ਪੜਾਂਗੇ ਤੇ ਧਿਆਨ ਦੇਵਾਂਗੇ ਕਿ ਸੱਚੀ ਕੀ ਲਿਖਿਆ ਆ। ਕੂਚ
12 ਦੀ 3 ਦੇ ਵਿੱਚ ਪੂਰਨ ਕੀਤਾ ਆ, ਪਰ ਆਪਾਂ 12 ਤੋਂ ਹੀ ਪੜ੍ਹਦੇ ਹਾਂ। ਤਦ ਯਹੋਵਾ ਨੇ ਇਬਰਾਹਿਮ ਨੂੰ ਆਖਿਆ, ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ, ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਆਸ਼ੀਰਵਾਦਾਂ ਪਰਮੇਸ਼ਰ ਦੀਆਂ ਇਬਰਾਹਿਮ ਨੂੰ ਮਿਲ ਰਹੀਆਂ ਆ। ਔਰ ਮੈਂ ਤੈਨੂੰ ਅਸੀਸ ਦਿਆਂਗਾ, ਸੱਜਾ ਹੱਥ, ਮੈਂ ਤੈਨੂੰ ਅਸੀਸ ਦਿਆਂਗਾ। ਤੇ ਇਬਰਾਹਿਮ, ਔਰ ਮੈਂ ਤੇਰਾ ਨਾਂ ਲੈ, ਇਬਰਾਹਿਮ ਮੈਂ ਤੇਰਾ ਨਾਂ ਵੱਡਾ ਕਰੂੰਗਾ। ਇੱਥੇ ਤੁਸੀਂ ਇਬਰਾਹਿਮ ਦਾ ਪੜ੍ਹ ਕੇ ਆਪਣਾ ਨਾਂ ਯੂਜ਼ ਕਰ ਲਓ, ਆਪਣਾ ਨਾਂ ਯੂਜ਼ ਕਰਕੇ ਮੈਂ ਤੈਨੂੰ ਵੱਡਾ ਕਰਾਂਗਾ। ਫਿਰ ਤੁਸੀਂ ਕਹੋ ਤੇਰਾ ਨਾਂ ਲੈ ਕੇ, ਇੱਥੇ ਪਹਿਲਾਂ ਇੱਦਾਂ ਹੀ ਪੜ੍ਹਨਾ ਆ ਸਾਰਾ, ਆਸ਼ੀਰਵਾਦ ਦਿਆਂਗਾ ਔਰ ਮੈਂ ਤੇਰਾ ਨਾਂ ਵੱਡਾ ਕਰਾਂਗਾ, ਔਰ ਤੂੰ ਬਰਕਤ ਦਾ ਕਾਰਨ ਹੋਵੇਂਗਾ, ਤੂੰ ਬਰਕਤ ਦਾ ਕਾਰਨ ਹੋਵੇਂਗਾ। ਇਬਰਾਹਿਮ, ਓਏ ਅਸੀਂ ਇਬਰਾਹਿਮ ਦੀ ਔਲਾਦ ਆ। ਸੁਣੋ ਅੱਗੇ ਕੀ ਕਹਿੰਦੇ, ਜੋ ਤੈਨੂੰ ਇਬਰਾਹਿਮ ਅਸੀਸ ਦਿੰਦੇ ਹਨ ਮੈਂ ਉਹਨਾਂ ਨੂੰ ਅਸੀਸ ਦੇਵਾਂਗਾ। ਆਮੀਨ। ਹੁਣ ਆਪਣਾ ਇੱਥੇ ਨਾ ਬੋਲੋ, ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਹਨਾਂ ਨੂੰ ਅਸੀਸ ਦੇਵਾਂਗਾ। ਅਸੀਸ, ਹੁਣ ਤੁਸੀਂ ਇੱਥੇ ਸੋਚੋ, ਜਦੋਂ ਤੁਸੀਂ ਦੂਜਿਆਂ ਨੂੰ ਬੁਰਾ ਕਹਿੰਦੇ ਆ ਤਾਂ ਤੁਹਾਡਾ ਬੁਰਾ ਆਪੇ ਹੀ ਹੋ ਜਾਂਦਾ। ਜੇ ਦੂਜਿਆਂ ਨੂੰ ਸੀਸਾਂ ਦਓਗੇ, ਚੰਗੀ ਅਕਲ ਦਓਗੇ, ਚੰਗੀ ਮੱਤ ਦਓਗੇ, ਤਾਂ ਤੁਹਾਡੀ ਚੰਗੀ ਮੱਤ ਆਪਣੇ ਆਪ ਤੁਹਾਡੇ ਬੱਚਿਆਂ 'ਚ ਵੀ ਫੈਲੂਗੀ, ਤੁਹਾਡੇ 'ਚ ਵੀ ਫੈਲੂਗੀ। ਜੇ ਤੁਹਾਡੇ ਅੰਦਰ ਖੋਟ ਆ ਨਾ, ਤੇ ਖੋਟ ਤੁਹਾਡੇ ਤੇ ਕੰਮ ਕਰੂਗਾ ਕਿ ਮੇਰੇ ਬੱਚੇ ਚੰਗੇ ਹੋਣ ਤੇ ਦੂਜੇ ਦੇ ਮਾੜੇ, ਮੈਂ ਚੰਗਾ ਹੋ ਜਾਵਾਂ ਪਰ ਦੂਜੇ ਦੀ ਮੈਨੂੰ ਪਰਵਾਹ ਨਹੀਂ। ਜਦੋਂ ਤੇਰੇ ਅੰਦਰ ਚਲਾਕੀਆਂ ਹੋਣਗੀਆਂ ਨਾ, ਚਲਾਕੀਆਂ ਤੇਰੇ ਤੇ ਹੀ ਬੰਦਿਆਂ ਪੈਣਗੀਆਂ। ਛੱਡ ਦੇ ਚਲਾਕੀਆਂ ਕਰਨੀਆਂ, ਹਰ ਵੇਲੇ ਆਪਣਾ ਵਿਗਾੜ ਬਿਗਾਨਾ ਸਾਂਢੇ, ਆਪਣਾ ਵਿਗਾੜ ਕੇ ਵੀ ਦੂਜੇ ਦਾ ਭਲਾ ਕਰਦੇ। ਤੇਰਾ ਕਦੀ ਵਿਗੜਨ ਵਾਲਾ ਨਹੀਂ, ਤੇਰਾ ਪਰਮੇਸ਼ਰ ਤੇਰੀ ਰਾਖੀ ਕਰੂਗਾ। ਤੇ ਦੇਖ ਪਰਮੇਸ਼ਰ ਕਹਿੰਦਾ, ਮੈਂ ਤੈਨੂੰ ਜਿਹੜੇ ਤੇਰਾ ਨਾਮ ਲੈ ਕੇ ਤੈਨੂੰ ਵੱਡਾ ਕਰਾਂਗਾ ਔਰ ਬਰਕਤ ਦਾ ਕਾਰਨ ਹੋ। ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਹਨਾਂ ਨੂੰ ਅਸੀਸ ਦੇਵਾਂਗਾ, ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹਨੂੰ ਸਰਾਫ ਦੇਵਾਂਗਾ। ਹੁਣ ਜਿਹੜੇ ਸਾਨੂੰ ਤੁੱਛ ਕਰਕੇ ਜਾਣਨਗੇ, ਅਸੀਂ ਤਾਂ ਇਬਰਾਹਿਮ ਦੇ ਬੱਚੇ ਤੇ ਅਸੀਂ ਇਬਰਾਹਿਮ ਦੀ ਔਲਾਦ ਹਾਂ, ਤੇ ਜਿਹੜੇ ਸਾਨੂੰ ਤੁੱਛ ਕਰਕੇ ਜਾਣਨਗੇ, ਪਰਮੇਸ਼ਰ ਜਾਣੇ ਉਹਨਾਂ ਨੂੰ ਕੀ ਦੇਣਾ ਤੇ ਕੀ ਨਹੀਂ ਦੇਣਾ। ਅਸੀਂ ਕਿਉਂ ਬੁਰਾ ਮੰਗੀਏ, ਅਸੀਂ ਕਿਉਂ ਉਹਨਾਂ ਦੀ ਸੋਚਣੀ ਵਿੱਚ ਉਹਨਾਂ ਨੂੰ ਲਿਆਈਏ ਆਪਣੀ ਵਿੱਚ। ਅਸੀਂ ਸੋਚਣੀ ਵਿੱਚ ਸਿਰਫ ਸ਼ੈਤਾਨ ਨੂੰ ਤੇ ਅੰਧਕੋਰ ਦੀਆਂ ਸ਼ਕਤੀਆਂ ਨੂੰ ਰੱਖੀਏ, ਅਸੀਂ ਕਿਸੇ ਤੇ ਫੋਕਸ ਨਾ ਕਰੀਏ। ਅਸੀਂ ਅੰਧਕੋਰ ਦੀਆਂ ਸ਼ਕਤੀਆਂ ਤੇ ਸ਼ੈਤਾਨ ਦੀਆਂ ਸ਼ਕਤੀਆਂ ਤੇ ਫੋਕਸ, ਆਪਣੇ ਕਾਮ ਤੇ ਕ੍ਰੋਧ ਤੇ ਲੋਭ ਤੇ ਮੋਹ ਤੇ ਹੰਕਾਰ ਤੇ ਵੈਰ ਤੇ ਵਿਰੋਧ ਤੇ ਤ੍ਰਿਸ਼ਨਾ ਤੇ ਚੋਰੀ ਤੇ ਜਾਰੀ ਤੇ ਬਖੀਲੀ ਤੇ ਜਲਸ ਤੇ ਅਸੀਂ ਫੋਕਸ ਰੱਖੀਏ। ਅਸੀਂ ਇਹਨਾਂ ਨੂੰ ਸਰਾਫ ਦਈਏ ਜਿੰਨੇ ਦੇਣੇ, ਅਸੀਂ ਇਹਨਾਂ ਨੂੰ ਆਪਣੇ ਘਰੋਂ ਕੱਢੀਏ। ਅਸੀਂ ਪਰਮੇਸ਼ਰ ਨੂੰ ਕਹੀਏ ਸਾਡੇ ਘਰੋਂ ਇਹਨਾਂ ਨੂੰ ਕੱਢ ਦੇ, ਪਰਮੇਸ਼ਰ ਇਹਨਾਂ ਨੂੰ ਸਾਡੀ ਜ਼ਿੰਦਗੀ ਵਿੱਚੋਂ ਵੱਢ ਦੇ, ਪਰਮੇਸ਼ਰ ਨੇ ਇਹਨਾਂ ਨੂੰ ਸਾਡੀ ਜ਼ਿੰਦਗੀ ਉੱਤੇ ਇਹਨਾਂ ਨੂੰ ਸਾੜ ਦੇ। ਪਵਿੱਤਰ ਆਤਮਾ ਤੇਰੀ ਅੱਗ ਪਵੇ। ਇਹ ਜਿਹੜੀਆਂ ਸਾਡੇ ਅੰਦਰ ਵਸਦੀਆਂ ਗੰਦੀਆਂ ਆਤਮਾਵਾਂ ਇਸ ਤਰ੍ਹਾਂ ਦੀਆਂ ਦੁਸ਼ਟਪੁਣਾ ਨਾਲ ਦੇਖਦੀਆਂ ਆ, ਦੁਸ਼ਟਪੁਣੇ ਕਰਦੀਆਂ ਆ, ਦੁਸ਼ਟ ਬਿਰਤੀ ਨਾਲ ਸੋਚਦੀਆਂ ਆ। ਉਹ ਟਾਈਮ ਤੇ ਫਿਰ 33 ਮਿੰਟ ਹੋ ਗਏ, ਆਪਾਂ ਅੱਗੇ ਚੱਲਦੇ ਹਾਂ, ਇਸੇ ਤੋਂ ਹੀ ਆਪਾਂ ਅੱਗੇ ਚੱਲਦੇ ਹਾਂ ਹੁਣ। ਹਾਲੇਲੂਇਆ, ਆਮੀਨ ਆਮੀਨ। ਹੁਣ ਆਸ਼ੀਰਵਾਦਾਂ ਮਿਲਣੀਆਂ ਸ਼ੁਰੂ ਹੋਈਆਂ, ਔਰ ਸਰਾਫਾਂ ਦਾ ਤੇ ਆਸ਼ੀਰਵਾਦਾਂ ਦਾ ਹੁਣ ਪਤਾ ਅਗਲੇ ਦੇ ਵਿੱਚ, ਕਿਉਂਕਿ 2 4 6 ਹੋ ਗਏ ਸੀਗੇ। ਇਹ ਹੁਣ 7ਵਾਂ ਸੈਸ਼ਨ, 7ਵਾਂ ਲੈਸਨ ਜਿਹੜਾ ਆ ਇਹ ਸ਼ੁਰੂਆਤ ਹੋ ਗਿਆ। ਹਾਲੇਲੂਇਆ।